ਹੈਲੋ एवरीवन ਵੈਲਕਮ ਟੂ ਕਰੀਅਰ ਕੁਐਸਟ। ਸੋ ਅੱਜ ਆਪਾਂ ਮਾਡਰਨ ਹਿਸਟਰੀ ਦੇ ਲੈਕਚਰ ਨੂੰ ਸਟਾਰਟ ਕਰਨ ਜਾ ਰਹੇ ਹਾਂ ਤੇ ਆਲਰੇਡੀ ਆਪਾਂ ਕੱਲ ਸਟਾਰਟ ਕੀਤਾ ਸੀ। ਜਿਸ ਟੌਪਿਕ ਤੋਂ ਆਪਾਂ ਛੱਡਿਆ ਸੀ ਉਸੇ ਟੌਪਿਕ ਤੋਂ ਅੱਜ ਆਪਾਂ ਸਟਾਰਟ ਕਰਨਾ ਹੈ। ਆਪਾਂ ਛੱਡਿਆ ਸੀ ਸਿਵਲ ਡਿਸਓਬੀਡੀਐਂਸ ਮੂਵਮੈਂਟ ਦੇ ਕੁਝ ਇੱਕ ਪਾਰਟ ਨੂੰ ਆਪਾਂ ਕੀਤਾ ਸੀ। ਸੋ ਕਿਉਂ ਸਿਵਲ ਡਿਸਓਬੀਡੀਐਂਸ ਮੂਵਮੈਂਟ ਸਟਾਰਟ ਹੋਈ, ਕਦੋਂ ਹੋਈ, ਉਹਦੀ ਪਹਿਲੀ ਐਕਟੀਵਿਟੀ ਕੀ ਸੀ, ਉਹ ਆਪਾਂ ਡਿਸਕਸ ਕਰ ਚੁੱਕੇ ਹਾਂ ਕਿ ਸਿਵਲ ਡਿਸਓਬੀਡੀਐਂਸ ਮੂਵਮੈਂਟ 1931 ਤੋਂ ਸਟਾਰਟ ਹੁੰਦੀ ਹੈ ਤੇ ਟਿਲ 1934 ਤੱਕ ਚੱਲਦੀ ਹੈ। 1930 ਦੇ ਵਿੱਚ ਸਟਾਰਟ ਹੁੰਦੀ ਹੈ। 1930 ਦੇ ਵਿੱਚ ਜੋ ਸਿਵਲ ਡਿਸਓਬੀਡੀਐਂਸ ਮੂਵਮੈਂਟ ਹੈ ਇਹ ਗਾਂਧੀ ਜੀ ਦੇ ਵੱਲੋਂ ਸਟਾਰਟ ਕੀਤੀ ਜਾਂਦੀ ਹੈ। ਹੁੰਦਾ ਕੀ ਹੈ ਸਿਵਲ ਡਿਸਓਬੀਡੀਐਂਸ ਮੂਵਮੈਂਟ, ਉਹ ਵੀ ਆਲਰੇਡੀ ਮੈਂ ਕੱਲ ਦੇ ਲੈਕਚਰ ਦੇ ਵਿੱਚ ਡਿਸਕਸ ਕਰ ਚੁੱਕੀ ਹਾਂ। ਸੋ 1930 ਦੇ ਵਿੱਚ ਜੋ ਸਟਾਰਟ ਹੁੰਦੀ ਹੈ ਸਿਵਲ ਡਿਸਓਬੀਡੀਐਂਸ, ਉਹ ਟਿਲ 1934 ਤੱਕ ਚੱਲਦੀ ਹੈ। ਸੋ ਆਪਾਂ ਦੇਖਿਆ ਸੀ ਕਿ ਜੋ ਸਿਵਲ ਡਿਸਓਬੀਡੀਐਂਸ ਮੂਵਮੈਂਟ ਹੈ ਕਿ ਉਹ ਡਾਂਡੀ ਮਾਰਚ ਦੇ ਨਾਲ ਸਟਾਰਟ ਹੁੰਦੀ ਹੈ। ਆਪਾਂ ਪਿਛਲੇ ਲੈਕਚਰ ਦੇ ਵਿੱਚ ਪੂਰਾ ਡਿਸਕਸ ਕਰ ਚੁੱਕੇ ਸੀ। ਅੱਜ ਆਪਾਂ ਸਟਾਰਟ ਕਰਾਂਗੇ। ਆਪਾਂ ਦੇਖਿਆ ਕਿ ਜੋ ਆਪਣੀ ਸਿਵਲ ਡਿਸਓਬੀਡੀਐਂਸ ਮੂਵਮੈਂਟ ਹੈ ਇਹ 4 ਸਾਲ ਚੱਲਦੀ ਹੈ। ਇਹਦੇ ਅਲੱਗ-ਅਲੱਗ ਫੇਸਿਸ ਕਿਸ ਤਰੀਕੇ ਦੇ ਰਹੇ ਕਿ ਇੰਨੇ ਸਾਲਾਂ ਦੇ ਵਿੱਚ ਕੀ ਪੜਾਵ ਆਏ, ਆਪਣੇ ਡਿਫਰੈਂਟ ਫੇਸਿਸ ਆਏ ਆਪਣੇ ਸਿਵਲ ਡਿਸਓਬੀਡੀਐਂਸ ਮੂਵਮੈਂਟ ਦੇ, ਉਹਨਾਂ ਨੂੰ ਡਿਸਕਸ ਕਰਾਂਗੇ। ਸਭ ਤੋਂ ਪਹਿਲਾ ਫੇਸ ਡਿਸਕਸ ਕਰਦੇ ਆ ਸਿਵਲ ਡਿਸਓਬੀਡੀਐਂਸ ਮੂਵਮੈਂਟ ਦਾ, ਜੋ ਰਿਹਾ ਮਾਰਚ ਟੂ ਸੈਪਟੰਬਰ 1930 ਤੱਕ। ਮਾਰਚ ਮਹੀਨੇ ਤੋਂ ਲੈ ਕੇ ਸਤੰਬਰ 1930 ਤੱਕ ਪਹਿਲਾ ਫੇਸ ਰਹਿੰਦਾ ਸਿਵਲ ਡਿਸਓਬੀਡੀਐਂਸ ਦਾ, ਜਿਹਦੇ ਵਿੱਚ ਦੇਖਿਆ ਜਾਂਦਾ ਹੈ ਕਿ ਬਰਗਾਸਿਸ ਬਿਜ਼ਨਸਮੈਨ ਜਾਂ ਫਿਰ ਸ਼ਹਿਰਾਂ ਤੋਂ ਬਿਜ਼ਨਸਮੈਨ ਹੋ ਗਏ, ਪਿੰਡਾਂ ਤੋਂ ਕਿਸਾਨਾਂ ਦੀ ਬਹੁਤ ਜ਼ਿਆਦਾ ਮਾਤਰਾ ਦੇਖੀ ਗਈ, ਜਿਨ੍ਹਾਂ ਨੇ ਵੱਧ ਚੜ ਕੇ ਇਸ ਸਿਵਲ ਡਿਸਓਬੀਡੀਐਂਸ ਮੂਵਮੈਂਟ ਦੇ ਵਿੱਚ ਕੀ ਕੀਤਾ ਸੀ, ਪਾਰਟਿਸਿਪੇਟ ਕੀਤਾ ਸੀ। ਜਦੋਂ ਸੈਕਿੰਡ ਫੇਸ ਆਇਆ ਤਾਂ ਦੇਖਿਆ ਕਿ ਬਹੁਤ ਸਾਰੇ ਜਿਹੜੇ ਬਿਜ਼ਨਸਮੈਨ ਸੀ ਅਰਬਨ ਦੇ ਵਿੱਚੋਂ, ਸ਼ਹਿਰਾਂ ਦੇ ਵਿੱਚੋਂ, ਉਹਨਾਂ ਨੇ ਹੌਲੀ ਹੌਲੀ ਇਸ ਮੂਵਮੈਂਟ ਨੂੰ ਛੱਡਣਾ ਸਟਾਰਟ ਕਰਤਾ ਸੀ। ਉਹ ਕਿਉਂ ਛੱਡਣਾ ਸਟਾਰਟ ਕਰਤਾ ਸੀ? ਕਿਉਂਕਿ ਉਹਨਾਂ ਨੂੰ ਉਹਨਾਂ ਦੀ ਜੋ ਉਹਨਾਂ ਦਾ ਬਿਜ਼ਨਸ ਸੀ ਉਸ ਦੇ ਵਿੱਚ ਬਹੁਤ ਸਾਰਾ ਲਾਸ ਹੋ ਰਿਹਾ ਸੀ, ਕਿਉਂਕਿ ਆਪਣੇ ਬਿਜ਼ਨਸ ਨੂੰ ਛੱਡ ਕੇ ਇਸ ਮੂਵਮੈਂਟ ਦੇ ਵਿੱਚ ਜੁੜੇ ਹੋਏ ਸਨ। ਜਦੋਂ ਉਹਨਾਂ ਨੇ ਜਦੋਂ ਇਹ ਸਿਵਲ ਡਿਸਓਬੀਡੀਐਂਸ ਮੂਵਮੈਂਟ ਦੇ ਨਾਲ ਜੁੜੇ ਤਾਂ ਉਹਨਾਂ ਦੀ ਜੋ ਸਰਕਾਰ ਨਾਲ ਨੇ ਉਹ ਜੋ ਰਿਲੇਸ਼ਨ ਸੀ ਉਹ ਖਰਾਬ ਹੋਣੇ ਸਟਾਰਟ ਹੋਏ, ਜਿਸ ਕਰਕੇ ਉਹਨਾਂ ਦਾ ਬਿਜ਼ਨਸ ਦੇ ਵਿੱਚ ਲਾਸ ਹੋਣਾ ਸਟਾਰਟ ਹੋਇਆ। ਜਿਸ ਵਜ੍ਹਾ ਕਰਕੇ ਹੌਲੀ ਹੌਲੀ ਸੈਕਿੰਡ ਫੇਸ 'ਤੇ ਆਉਂਦਿਆਂ ਬਹੁਤ ਸਾਰੇ ਬਰਗਾਸਿਸ ਜੋ ਬਿਜ਼ਨਸਮੈਨ ਸਨ ਅਰਬਨ ਆਪਣੇ ਸ਼ਹਿਰਾਂ ਦੇ ਵਿੱਚੋਂ, ਉਹਨਾਂ ਨੇ ਇਸ ਮੂਵਮੈਂਟ ਨੂੰ ਛੱਡਣਾ ਸਟਾਰਟ ਕੀਤਾ ਤੇ ਐਟ ਦਾ ਐਂਡ ਤੀਸਰੇ ਫੇਸ ਦੇ ਵਿੱਚ ਜਾ ਕੇ ਇਹ ਮੂਵਮੈਂਟ ਬਿਲਕੁਲ ਖਤਮ ਹੋਣ ਦੀ ਤਦਾਦ ਤੇ ਆ ਚੁੱਕੀ ਸੀ। ਸੋ ਫਸਟ ਫੇਸ ਦੇਖੋਗੇ, ਫਸਟ ਫੇਸ ਹੈ ਜੋ ਮਾਰਚ ਟੂ ਸੈਪਟੰਬਰ ਤੱਕ ਦਾ 1930 ਦੇ ਵਿੱਚ। ਕਹਿੰਦੇ ਵਿਟਨੈਸ ਦ ਹਾਈ ਪੁਆਇੰਟ ਆਫ ਬਰਗਾਸਿਸ ਪਾਰਟਿਸਿਪੇਸ਼ਨ ਇਨ ਟਾਊਨ ਐਂਡ ਪੀਸ ਐਂਡ ਮੋਬਿਲਾਈਜੇਸ਼ਨ ਇਨ ਦ ਵਿਲੇजेस ਔਨ ਇਸ਼ੂਜ਼ ਲਾਈਕ ਸਾਲਟ, ਨॉन ਰੈਵਨਿਊ, ਪਿਕਟਿੰਗ ਆਫ ਲੇਬਰ ਸ਼ਾਪਸ ਐਂਡ ਨॉन ਪੇਮੈਂਟ ਆਫ ਚੌਂਕੀਦਾਰੀ ਟੈਕਸ। ਕਹਿੰਦੇ ਜਦੋਂ ਇਹ ਆਪਣੀ ਨॉन ਕੋਆਪਰੇਸ਼ਨ ਸਿਵਲ ਡਿਸਓਬੀਡੀਐਂਸ ਮੂਵਮੈਂਟ ਜਦੋਂ ਸਟਾਰਟ ਹੋਈ ਸੀ, ਇਹਦੇ ਪਹਿਲੇ ਪੜਾਵ ਦੇ ਵਿੱਚ ਕਹਿੰਦੇ ਸ਼ਹਿਰਾਂ ਦੇ ਵਿੱਚੋਂ ਕਾਫੀ ਸਾਰੇ ਬਿਜ਼ਨਸਮੈਨਾਂ ਨੇ ਤੇ ਆਪਣੇ ਪਿੰਡਾਂ ਦੇ ਵਿੱਚੋਂ ਬਹੁਤ ਸਾਰੇ ਫਾਰਮਰਸ ਨੇ ਇਸ ਮੂਵਮੈਂਟ ਦੇ ਵਿੱਚ ਵੱਧ ਚੜ ਕੇ ਪਾਰਟਿਸਿਪੇਟ ਕੀਤਾ। ਕਿਹੜੇ ਇਸ਼ੂਜ਼ ਕਰਕੇ? ਜਿਵੇਂ ਫੋਰ ਐਗਜ਼ਾਮਪਲ ਨॉन ਅਸੌਲਟ ਇਸ਼ੂ ਹੋ ਗਿਆ, ਨॉन ਰੈਵਨਿਊ ਇਸ਼ੂ ਹੋ ਗਿਆ, ਭਈ ਟੈਕਸ ਨਹੀਂ ਦੇਣਾ, ਜਾਂ ਫਿਰ ਪਿਕਟਿੰਗ ਆਫ ਲੇਬਰ ਸ਼ਾਪਸ ਐਂਡ ਨॉन ਪੇਮੈਂਟ ਚੌਂਕੀਦਾਰੀ ਟੈਕਸ। ਇਹਨਾਂ ਸਾਰੇ ਇਸ਼ੂਜ਼ ਕਰਕੇ ਜੋ ਇਹ ਆਪਣਾ ਫਸਟ ਫੇਸ ਸੀ, ਇਸ ਦੇ ਵਿੱਚ ਬਹੁਤ ਸਾਰੇ ਲੋਕ ਸੀ ਜੋ ਜੁੜੇ ਸਨ ਸਿਵਲ ਡਿਸਓਬੀਡੀਐਂਸ ਮੂਵਮੈਂਟ ਦੇ ਵਿੱਚ। ਸੈਕਿੰਡ ਫੇਸ ਆਉਂਦਾ ਹੈ ਅਕਤੂਬਰ 1930 ਤੋਂ ਲੈ ਕੇ ਮਾਰਚ 1931 ਦੇ ਵਿੱਚ। ਇਸ ਫੇਸਿਸ ਦੇ ਵਿੱਚ ਐਨਾਲਾਈਜ਼ ਕੀਤਾ ਕਿ ਹੌਲੀ ਹੌਲੀ ਇਹਨਾਂ ਸਭ ਦਾ ਬਰਗਾਸਿਸ ਦਾ, ਜਾਂ ਤੁਸੀਂ ਫਾਰਮਰਸ ਦਾ ਦੇਖ ਲਓ ਕਿ ਉਹਨਾਂ ਦਾ ਰੁਝਾਨ ਸੀ ਜਾਂ ਉਹਨਾਂ ਦੇ ਲਈ ਜੋ ਕਿਉਰਿਓਸਿਟੀ ਸੀ ਉਹਨਾਂ ਦੀ ਇਸ ਮੂਵਮੈਂਟ ਨੂੰ ਲੈ ਕੇ, ਉਹ ਹੌਲੀ ਹੌਲੀ ਘਟਣੀ ਸਟਾਰਟ ਹੋ ਗਈ ਸੀ। ਹੁੰਦਾ ਕੀ ਕਹਿੰਦੇ ਵਾਸ ਮਾਰਕਡ ਬਾਈ ਕਲੀਅਰ ਡਿਕਲਾਈਨ ਇਨ ਪਾਰਟਿਸਿਪੇਸ਼ਨ ਆਫ ਦਾ ਅਰਬਨ ਬਰਗਾਸਿਸ। ਕਹਿੰਦੇ ਇਸ ਫੇਸ ਦੇ ਵਿੱਚ ਕਲੀਅਰਲੀ ਇਹ ਦੇਖਿਆ ਜਾ ਰਿਹਾ ਸੀ ਕਿ ਜਿਹੜੇ ਸ਼ਹਿਰਾਂ ਦੇ ਬਿਜ਼ਨਸਮੈਨ ਸੀ, ਉਹਨਾਂ ਦਾ ਜਿਹੜਾ ਰੁਝਾਨ ਸੀ ਜਾਂ ਉਹਨਾਂ ਦੀ ਜਿਹੜੀ ਪਾਰਟਿਸਿਪੇਸ਼ਨ ਸੀ, ਉਹਨਾਂ ਦੇ ਵਿੱਚ ਕੀ ਹੈ, ਡਿਕਲਾਈਨ ਹੋਣਾ ਸਟਾਰਟ ਹੋ ਗਿਆ ਸੀ ਸਿਵਲ ਡਿਸਓਬੀਡੀਐਂਸ ਮੂਵਮੈਂਟ ਦੇ ਵਿੱਚ। ਆਲਸੋ ਬਾਈ ਦ ਅਟੈਂਪਟ ਟੂ ਬ੍ਰਿੰਗ ਅਬਾਊਟ ਦ ਕੰਪਰੋਮਾਈਜ਼ ਬਿਟਵੀਨ ਦ ਗਵਰਨਮੈਂਟ ਐਂਡ ਦ ਕਾਂਗਰਸ ਵਿਚ ਫਾਈਨਲੀ ਰਿਜ਼ਲਟ ਇਨ ਦ ਗਾਂਧੀਅਨ ਇਰਵਿਨ ਪੈਕਟ ਆਫ ਮਾਰਚ 1931। ਕਹਿੰਦੇ ਸੈਕਿੰਡ ਫੇਸ ਦੇ ਵਿੱਚ ਇਹ ਚੀਜ਼ ਦੇਖੀ ਗਈ। ਸੈਕਿੰਡ ਫੇਸ ਆਪਾਂ ਦੇਖਿਆ ਕਿ ਅਕਤੂਬਰ ਤੋਂ ਲੈ ਕੇ ਮਾਰਚ 31 ਤੱਕ ਚੱਲਦਾ। ਸੈਕਿੰਡ ਫੇਸ ਦੇ ਵਿੱਚ ਇਹ ਚੀਜ਼ ਨੂੰ ਦੇਖਿਆ ਗਿਆ ਕਿ ਜਿਹੜੇ ਸ਼ਹਿਰਾਂ ਦੇ ਬਰਗਾਸਿਸ ਸਨ, ਉਹਨਾਂ ਦਾ ਕੀ ਹੋ ਗਿਆ,
ਉਹਨਾਂ ਦੀ ਪਾਰਟਿਸਿਪੇਸ਼ਨ ਦੇ ਵਿੱਚ ਡਿਕਲਾਈਨ ਹੋਣਾ ਸਟਾਰਟ ਹੋ ਗਿਆ, ਘਟਣਾ ਸ਼ੁਰੂ ਕੀਤਾ। ਕਹਿੰਦੇ ਉਸੇ ਟਾਈਮ ਦੇ ਵਿੱਚ 1931 ਮਾਰਚ ਦੇ ਆਸ-ਪਾਸ ਹੀ ਗਾਂਧੀ ਤੇ ਇਰਵਿਨ ਦੇ ਵਿੱਚ ਇੱਕ ਪੈਕਟ ਵੀ ਸਾਈਨ ਹੋ ਗਿਆ ਸੀ 1931 ਦੇ ਵਿੱਚ, ਜਿਸ ਕਰਕੇ ਉਸ ਪੈਕਟ ਦੇ ਜ਼ਰੀਏ ਵੀ ਜੋ ਸਿਵਲ ਡਿਸਓਬੀਡੀਐਂਸ ਮੂਵਮੈਂਟ ਸੀ ਉਹ ਹੌਲੀ ਜਾਂ ਫਿਰ ਧੀਮੀ ਇਕਤਦਾਰ ਦੇ ਵਿੱਚ ਚੱਲਣੀ ਸਟਾਰਟ ਹੋਈ ਸੀ। ਇੱਕ ਤਰੀਕੇ ਦਾ ਜੋ ਗਾਂਧੀ ਇਰਵਿਨ ਪੈਕਟ ਸਾਈਨ ਹੋਇਆ ਸੀ, ਕਿਉਂ ਹੋਇਆ ਸੀ? ਤਾਂ ਜੋ ਸਿਵਲ ਡਿਸਓਬੀਡੀਐਂਸ ਮੂਵਮੈਂਟ ਨੂੰ ਵਾਪਿਸ ਲਿਆ ਜਾ ਸਕੇ। ਗਾਂਧੀ ਇਰਵਿਨ ਪੈਕਟ ਸਾਈਨ ਹੁੰਦਾ ਹੈ, ਜਿਸ ਕਰਕੇ ਉਹਨਾਂ ਨੇ ਡਿਸਾਈਡ ਕੀਤਾ ਸੀ ਕਿ ਆਪਾਂ ਸਿਵਲ ਡਿਸਓਬੀਡੀਐਂਸ ਮੂਵਮੈਂਟ ਨੂੰ ਵਿਡਰਾ ਕਰ ਲਾਂਗੇ, ਵਾਪਿਸ ਕਰ ਲਾਂਗੇ। ਤਾਂ ਸਾਈਨ ਕਰਨ ਤੋਂ ਬਾਅਦ ਜਦੋਂ ਗਾਂਧੀ ਜੀ ਜਾਂਦੇ ਨੇ ਸੈਕਿੰਡ ਰਾਊਂਡ ਟੇਬਲ ਕਾਨਫਰੰਸ ਅਟੈਂਡ ਕਰਨ ਦੇ ਲਈ, ਉੱਥੇ ਗਾਂਧੀ ਜੀ ਨੂੰ ਫਿਰ ਉੱਥੋਂ ਦੀਆਂ ਜਿਹੜੀਆਂ ਕੰਡੀਸ਼ਨ ਸੀ, ਜਾਂ ਤੁਸੀਂ ਇਹ ਕਹਿ ਲਓ ਕਿ ਉੱਥੇ ਜੋ ਜਿਨ੍ਹਾਂ ਟੌਪਿਕਸ ਦੇ ਉੱਤੇ ਡਿਸਕਸ਼ਨ ਹੋ ਰਹੀ ਸੀ ਉਹ ਚੀਜ਼ਾਂ ਪਸੰਦ ਨਹੀਂ ਆਉਂਦੀਆਂ, ਗਾਂਧੀ ਜੀ ਵਾਪਿਸ ਆ ਜਾਂਦੇ ਨੇ, ਜਿਸ ਕਰਕੇ ਆ ਕੇ ਦੁਬਾਰਾ ਤੋਂ ਕੰਟੀਨਿਊ ਕਰ ਲੈਂਦੇ ਨੇ ਸਿਵਲ ਡਿਸਓਬੀਡੀਐਂਸ ਮੂਵਮੈਂਟ। ਤਾਂ ਕਰਕੇ 1931 ਤੋਂ ਜੋ ਸਿਵਲ ਡਿਸਓਬੀਡੀਐਂਸ ਮੂਵਮੈਂਟ ਧੀਮੀ ਜਾਂ ਠੰਡੀ ਹੋਣੀ ਸਟਾਰਟ ਹੋਈ ਸੀ, ਉਹ ਦੁਬਾਰਾ ਤੋਂ ਫਿਰ ਤੋਂ ਉਸੇ ਲੈਅ ਦੇ ਵਿੱਚ ਚੱਲਣੀ ਸਟਾਰਟ ਹੋਏਗੀ। ਉਸਨੂੰ ਆਪਾਂ ਅੱਗੇ ਡਿਸਕਸ ਕਰਾਂਗੇ। ਸੋ ਬਟ ਸੈਕਿੰਡ ਫੇਜ਼ ਦੇਖਿਆ, ਥਰਡ ਫੇਜ਼ ਆਉਂਦਾ ਹੈ ਇਸ ਮੂਵਮੈਂਟ ਦਾ ਜਨਵਰੀ 1932 ਤੋਂ ਲੈ ਕੇ ਅਪ੍ਰੈਲ 1934 ਤੱਕ। ਇਸ ਦੇ ਵਿੱਚ ਕਹਿੰਦੇ saw ruthless the repression practiced by the government on the people and the eventually withdraw of movement by Congress। ਕਹਿੰਦੇ ਇਸ ਫੇਜ਼ ਦੇ ਵਿੱਚ 1932 ਤੋਂ 1934 ਤੱਕ ਇਸ ਮੂਵਮੈਂਟ ਦੇ ਵਿੱਚ ਦੇਖਿਆ ਗਿਆ ਕਿ ਜੋ ਸਰਕਾਰ ਸੀ, ਜੋ ਬ੍ਰਿਟਿਸ਼ ਸਰਕਾਰ ਸੀ, ਉਹਨਾਂ ਨੇ ਇਸ ਮੂਵਮੈਂਟ ਦੇ ਵਿੱਚ ਪਾਰਟਿਸਿਪੇਟ ਕਰਨ ਵਾਲਿਆਂ ਦੇ ਵਿਰੁੱਧ ਜਾਂ ਫਿਰ ਇੰਡੀਅਨਸ ਦੇ ਵਿਰੁੱਧ ਬਹੁਤ ਜ਼ਿਆਦਾ ਹਾਰਡ, ਬਹੁਤ ਜ਼ਿਆਦਾ ਸਪਰੈਸਿਵ ਸਟੈਪਸ ਚੱਕਣੇ ਸਟਾਰਟ ਕੀਤੇ ਸੀ, ਜਿਸ ਕਰਕੇ ਹੌਲੀ ਹੌਲੀ ਇਹ ਅੰਤ ਕੀ ਹੁੰਦਾ ਹੈ ਕਿ ਗਾਂਧੀ ਜੀ ਨੂੰ ਇਸ ਮੂਵਮੈਂਟ ਨੂੰ ਵਿਡਰਾ ਕਰਨਾ ਪੈਂਦਾ। ਸੋ ਜੋ ਆਪਣੀ ਸਿਵਲ ਡਿਸਓਬੀਡੀਐਂਸ ਮੂਵਮੈਂਟ ਹੈ, ਇਸ ਦੇ ਅਲੱਗ-ਅਲੱਗ ਪੜਾਅ ਰਹੇ ਨੇ। ਪਹਿਲਾ ਪੜਾਅ ਆਪਾਂ ਦੇਖਿਆ ਕਿ ਡਾਂਡੀ ਮਾਰਚ ਤੋਂ ਸਟਾਰਟ ਹੁੰਦਾ ਹੈ, ਬਹੁਤ ਸਾਰੇ ਲੋਕਾਂ ਨੇ ਵੱਧ ਚੜ ਕੇ ਇਸ ਦੇ ਵਿੱਚ ਪਾਰਟਿਸਿਪੇਟ ਵੀ ਕੀਤਾ। ਬਟ ਆਪਾਂ ਸੈਕਿੰਡ ਪੜਾਅ ਦੇ ਜਦੋਂ ਆਪਾਂ ਸੈਕਿੰਡ ਪੜਾਅ ਦੇ ਵਿੱਚ ਦੇਖਿਆ ਕਿ ਅਕਤੂਬਰ 1930 ਤੋਂ ਲੈ ਕੇ ਮਾਰਚ 1931 ਆਪਾਂ ਦੇਖਿਆ ਕਿ ਬਹੁਤ ਸਾਰੇ ਜਿਹੜੇ ਬਰਗਾਸਿਸ ਸੀ ਅਰਬਨ ਏਰੀਆਜ਼ ਦੇ ਵੱਲੋਂ, ਉਹਨਾਂ ਨੇ ਹੌਲੀ ਹੌਲੀ ਘਟਣਾ ਸਟਾਰਟ ਕੀਤਾ, ਪਾਰਟਿਸਿਪੇਸ਼ਨ ਘਟਾਉਣੀ ਸਟਾਰਟ ਕੀਤੀ। ਇਸ ਤੋਂ ਇਲਾਵਾ ਆਪਾਂ ਦੇਖਿਆ ਕਿ 1931 ਦੇ ਵਿੱਚ ਇੱਕ ਗਾਂਧੀ ਇਰਵਿਨ ਪੈਕਟ ਵੀ ਸਾਈਨ ਹੋਇਆ ਸੀ। ਸੋ ਇਹ ਗਾਂਧੀ ਇਰਵਿਨ ਪੈਕਟ ਕਿਉਂ ਹੀ ਸਾਈਨ ਕੀਤਾ ਗਿਆ ਸੀ? ਇਹ ਸਾਈਨ ਕੀਤਾ ਗਿਆ ਸੀ ਤਾਂ ਜੋ ਗਾਂਧੀ ਜੀ ਸਿਵਲ ਡਿਸਓਬੀਡੀਐਂਸ ਮੂਵਮੈਂਟ ਨੂੰ ਵਾਪਿਸ ਲੈ ਲੈਣ। ਸੋ ਇਸ ਪੈਕਟ ਨੂੰ ਸਾਈਨ ਕਰਵਾਉਣ ਦੇ ਵਿੱਚ ਬਹੁਤ ਵਧੀਆ ਰੋਲ ਪਲੇ ਕੀਤਾ ਤੇਜ ਬਹਾਦਰ ਸੁਪਰੂ ਤੇ ਡਾਕਟਰ ਜਿਆਕਾਰ ਨੇ। ਠੀਕ ਹੈ ਜੀ। ਸੋ ਇਹ ਮੀਡੀਓਕਰ ਸੀ, ਮਿਡਲ ਮੈਨ ਬਣੇ ਸਨ ਡਾਕਟਰ ਤੇਜ ਬਹਾਦਰ ਸੁਪਰੂ ਤੇ ਡਾਕਟਰ ਜਿਆਕਾਰ। ਇਹਨਾਂ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਮਹਾਤਮਾ ਗਾਂਧੀ ਜੀ ਤੇ ਬ੍ਰਿਟਿਸ਼ ਸਰਕਾਰ ਨੂੰ ਕੀ ਕੀਤਾ, ਆਪਸ ਦੇ ਵਿੱਚ ਸਹਿਮਤੀ ਕਰਨ ਦੇ ਲਈ ਇੱਕ ਮਿਡਲ ਮੈਨ ਦਾ ਕੰਮ ਕੀਤਾ। ਕਹਿੰਦੇ the ceaseless efforts of Sir Tej Bahadur Supru, Dr. Jayakar and other to bring about the compromise between government and Congress। ਕਹਿੰਦੇ ਇਹ ਜੋ ਕੁਝ ਕੁ ਮਿਡਲ ਮੈਨ ਸੀ, ਜਿਵੇਂ ਡਾਕਟਰ ਤੇਜ ਬਹਾਦਰ ਸੁਪਰੂ ਹੋ ਗਏ, ਡਾਕਟਰ ਜਿਆਕਾਰ ਹੋ ਗਏ, ਇਹਨਾਂ ਦੇ ਬਹੁਤ ਸਾਰੇ ਐਫਰਟਸ ਤੋਂ ਬਾਅਦ ਇਹਨਾਂ ਨੇ ਇੰਡੀਅਨ ਨੈਸ਼ਨਲ ਕਾਂਗਰਸ ਤੇ ਬ੍ਰਿਟਿਸ਼ ਸਰਕਾਰ ਦੇ ਵਿੱਚ ਇੱਕ ਕੰਪਰੋਮਾਈਜ਼, ਇੱਕ ਸਮਝੌਤਾ ਕਰਾਉਣ ਦੇ ਵਿੱਚ ਉਹ ਕਾਮਯਾਬ ਹੋਏ ਸਨ। ਤੇ ਉਸ ਸਮਝੌਤੇ ਦਾ ਨਾਮ ਕੀ ਸੀ? ਗਾਂਧੀ ਇਰਵਿਨ ਪੈਕਟ ਇਨ ਮਾਰਚ 1931 ਦੇ ਵਿੱਚ। ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਸੀ ਕਿ ਗਾਂਧੀ ਇਰਵਿਨ ਪੈਕਟ ਕਦੋਂ ਸਾਈਨ ਕਰਵਾਇਆ ਸੀ? ਤਾਂ 5 ਮਾਰਚ 1931 ਨੂੰ ਇਹ ਗਾਂਧੀ ਇਰਵਿਨ ਪੈਕਟ ਸਾਈਨ ਹੋਇਆ ਸੀ। ਹੁਣ ਇਸ ਪੈਕਟ ਦੇ ਵਿੱਚ ਕੀ ਕੀ ਸਾਈਨ ਹੋਈ ਸੀ, ਕੀ ਕੀ ਇੱਕ ਦੂਜੇ ਦੀਆਂ ਸ਼ਰਤਾਂ ਮੰਨੀਆਂ ਗਈਆਂ ਸਨ, ਕਿਹੜੀਆਂ ਕਾਂਗਰਸ ਦੀਆਂ ਤੇ ਕਿਹੜੀਆਂ ਆਪਣੇ ਗਵਰਨਮੈਂਟ ਐਗਰੀ ਕੀਤੀ ਸੀ, ਕਿਹੜੀਆਂ ਸ਼ਰਤਾਂ ਦੇ ਉੱਤੇ? ਕਹਿੰਦੇ ਅਕੋਰਡਿੰਗ ਟੂ ਦਾ ਪੈਕਟ ਗਵਰਨਮੈਂਟ ਐਗਰੀ ਟੂ। ਕਹਿੰਦੇ ਕੁਝ ਸ਼ਰਤਾਂ ਸੀ ਜਿਨ੍ਹਾਂ ਦੇ ਲਈ ਜਿਹੜੀ ਸਾਡੀ ਗਵਰਨਮੈਂਟ ਸੀ, ਸਰਕਾਰ ਸੀ, ਬ੍ਰਿਟਿਸ਼ ਸਰਕਾਰ, ਉਹ ਸਹਿਮਤ ਹੋਈ ਸੀ। ਕਿਹੜੀਆਂ ਕਿਹੜੀਆਂ ਸੀ? ਸਭ ਤੋਂ ਪਹਿਲਾਂ ਸੀ ਉਹਨਾਂ ਨੇ ਕਿਹਾ ਜਿੰਨੇ ਵੀ ਅਸੀਂ ਸਪਰੈਸਿਵ ਲਾਅ ਬਣਾਏ ਨੇ ਇੰਡੀਅਨਸ ਦੇ ਅਗੇਂਸਟ, ਉਹਨਾਂ ਨੂੰ ਕੀ ਕਰਾਂਗੇ, ਅਸੀਂ ਵਾਪਿਸ ਲੈ ਲਾਂਗੇ। withdrawal of all ordinance that curbed the activities of Congress। ਕਹਿੰਦੇ ਉਹਨਾਂ ਨੇ ਐਗਰੀ ਕੀਤਾ ਸਰਕਾਰ ਨੇ ਇਰਵਿਨ ਪੈਕਟ ਦੇ ਵਿੱਚ ਕਿ ਅਸੀਂ ਜਿੰਨੇ ਵੀ ਆਰਡੀਨੈਂਸ ਪਾਸ ਕੀਤੇ ਨੇ ਜੋ ਕਿ ਕਾਂਗਰਸ ਦੀ ਐਕਟੀਵਿਟੀਜ਼ ਨੂੰ ਖਰਾਬ ਕਰ ਰਹੇ ਨੇ, ਰੋਕ ਰਹੇ ਨੇ, ਉਹਨਾਂ ਸਾਰੇ ਆਰਡੀਨੈਂਸ ਨੂੰ ਅਸੀਂ ਵਾਪਿਸ ਲੈਣੇ ਆ। ਸੈਕਿੰਡ ਉਹ ਕਹਿੰਦੇ ਜਿੰਨੇ ਵੀ ਕਹਿੰਦੇ withdrawal of all prosecutions except those involving violent crimes। ਕਹਿੰਦੇ ਜਿੰਨੇ ਵੀ ਤੁਹਾਡੇ ਅਸੀਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਇੰਡੀਅਨਸ ਨੂੰ, ਅਸੀਂ ਸਭ ਨੂੰ ਰਿਹਾ ਕਰ ਦਾਂਗੇ, ਬਸ ਉਹਨਾਂ ਨੂੰ ਨਹੀਂ ਕਰਾਂਗੇ ਜੋ ਕਿ ਵਾਇਲੈਂਟ ਐਕਟੀਵਿਟੀਜ਼ ਦੇ ਵਿੱਚ ਕੀ ਨੇ, ਇਨਵੋਲਵ ਸੀ।
ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਰਿਲੀਜ਼ ਆਫ ਦੋਜ਼ ਹੂ ਵਰ ਅਰੈਸਟਡ ਫॉर ਟੇਕਿੰਗ ਪਾਰਟਿਸਿਪੇਸ਼ਨ ਸਿਵਲ ਡਿਸਓਬੀਡੀਐਂਸ ਮੂਵਮੈਂਟ। ਕਹਿੰਦੇ ਜਿਹੜੇ ਅਸੀਂ ਤੁਹਾਡੇ ਉਹ ਲੋਕਾਂ ਨੂੰ ਗ੍ਰਿਫਤਾਰ ਕੀਤਾ, ਉਹਨਾਂ ਲੀਡਰਸ ਨੂੰ ਗ੍ਰਿਫਤਾਰ ਕੀਤਾ ਜੋ ਸਿਵਲ ਡਿਸਓਬੀਡੀਐਂਸ ਮੂਵਮੈਂਟ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਸੀ, ਅਸੀਂ ਉਹਨਾਂ ਨੂੰ ਵੀ ਕੀ ਕਰ ਦਾਂਗੇ, ਰਿਹਾ ਕਰ ਦਾਂਗੇ। ਅਸੀਂ ਸੌਲਟ ਟੈਕਸ ਹੈ ਉਸ ਨੂੰ ਖਤਮ ਕਰ ਦਾਂਗੇ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਇਟ ਐਗਰੀ ਟੂ ਰਿਵੋਕ ਦਾ ਬੈਨ ਔਨ ਇੰਡੀਅਨ ਨੈਸ਼ਨਲ ਕਾਂਗਰਸ, ਜੋ ਇੰਡੀਅਨ ਨੈਸ਼ਨਲ ਕਾਂਗਰਸ ਦੇ ਉੱਤੇ ਬੈਨ ਲਗਾਇਆ ਗਿਆ ਉਸ ਨੂੰ ਹਟਾ ਦਿੱਤਾ ਜਾਏਗਾ। ਇਟ ਐਗਰੀ ਟੂ ਰਿਸਟੋਰ ਦਾ ਕਨਫਿਸਕੇਟ ਪ੍ਰੋਪਰਟੀਜ਼ ਆਫ ਸੱਤਿਆਗ੍ਰਹੀਜ਼। ਕਹਿੰਦੇ ਜਿਹੜੇ ਸੱਤਿਆਗ੍ਰਹਿ ਕਰਨ ਵਾਲੇ ਲੋਕਾਂ, ਸੱਤਿਆਗ੍ਰਹੀਜ਼ ਦੀਆਂ ਜਿਹੜੀਆਂ ਪ੍ਰੋਪਰਟੀਜ਼ ਨੇ ਉਹਨਾਂ ਦੇ ਉੱਤੇ ਅਸੀਂ ਕਬਜ਼ਾ ਕੀਤਾ ਹੋਇਆ ਉਸ ਨੂੰ ਵੀ ਛੱਡ ਦਾਂਗੇ। ਇਟ ਐਗਰੀ ਟੂ ਪਰਮਿਟ ਦਾ ਕਲੈਕਸ਼ਨ ਆਫ ਸਾਲਟ ਬਾਈ ਪੀਪਲ ਨੀਅਰ ਦਾ ਸੀ ਕੋਸਟ। ਕਹਿੰਦੇ ਤੇ ਜਿਹੜੇ ਸਮੁੰਦਰ ਦੇ ਕੋਲ ਰਹਿੰਦੇ ਨੇ ਇੰਡੀਅਨਸ, ਉਹਨਾਂ ਨੂੰ ਜੋ ਨਮਕ ਕਲੈਕਟ ਕਰਨ ਦੀ ਪੂਰੀ ਆਜ਼ਾਦੀ ਦੇ ਦਿੱਤੀ ਜਾਏਗੀ। ਇਸ ਤੋਂ ਇਲਾਵਾ ਕਹਿੰਦੇ ਇਟ ਐਗਰੀ ਟੂ ਫॉरेन ਫਾਈਨਸ ਨਾਟ ਯੈਟ ਕਲੈਕਟਡ। ਕਹਿੰਦੇ ਕਿਸੇ ਤਰੀਕੇ ਦਾ ਕੋਈ ਜੋ ਫਾਈਨ ਕਲੈਕਟ ਨਹੀਂ ਕੀਤਾ ਜਾਏਗਾ। ਸੋ ਇਹ ਜਿਹੜੀਆਂ ਟਰਮ ਸੀ ਜਿਨ੍ਹਾਂ ਦੇ ਉੱਤੇ ਗਾਂਧੀ ਇਰਵਿਨ ਪੈਕਟ ਜਦੋਂ ਸਾਈਨ ਕੀਤਾ ਗਿਆ ਉਸ ਦੇ ਵਿੱਚ ਬ੍ਰਿਟਿਸ਼ ਸਰਕਾਰ ਦੇ ਵੱਲੋਂ ਇਹਨਾਂ ਟੌਪਿਕਸ ਦੇ ਉੱਤੇ ਕੀ ਕੀਤਾ ਗਈ, ਸਹਿਮਤੀ ਜਤਾਈ ਗਈ। ਇਸ ਤੋਂ ਇਲਾਵਾ ਕਾਂਗਰਸ ਵੱਲੋਂ ਕਿਹੜੀਆਂ ਡਿਮਾਂਡ ਕੀਤੀਆਂ ਗਈਆਂ ਸੀ ਜਾਂ ਫਿਰ ਕਾਂਗਰਸ ਨੇ, ਦੇਖੋ ਬ੍ਰਿਟਿਸ਼ ਸਰਕਾਰ ਨੇ ਕਿਹਾ ਕਿ ਅਸੀਂ ਸਾਰੇ ਤਰੀਕੇ ਦੇ ਜਿਹੜੇ ਸਪਰੈਸਿਵ ਲਾਅ ਨੇ ਅਸੀਂ ਉਹਨਾਂ ਨੂੰ ਵਾਪਿਸ ਲੈ ਲਾਂਗੇ, ਜਿਹੜੇ ਆਰਡੀਨੈਂਸ ਅਸੀਂ ਪਾਸ ਕੀਤੇ ਹੋਏ ਨੇ ਉਹਨਾਂ ਨੂੰ ਵਾਪਿਸ ਲੈ ਲਾਂਗੇ, ਅਸੀਂ ਸਾਲਟ ਜਿਹੜਾ ਟੈਕਸ ਹੈ ਉਸ ਨੂੰ ਰਿਮੂਵ ਕਰ ਦਾਂਗੇ, ਅਸੀਂ ਜਿੰਨੇ ਤੁਹਾਡੇ ਸੱਤਿਆਗ੍ਰਹੀਜ਼ ਦੀਆਂ ਪ੍ਰੋਪਰਟੀਜ਼ ਨੂੰ ਦੱਬਿਆ ਹੈ ਉਹਨਾਂ ਨੂੰ ਵਾਪਿਸ ਕਰ ਲਾਂਗੇ, ਜਿੰਨੇ ਤੁਹਾਡੇ ਪ੍ਰਿਜ਼ਨਰਸ ਨੇ ਉਹਨਾਂ ਨੂੰ ਰਿਹਾ ਕਰ ਦਾਂਗੇ। ਸੋ ਇਹਨਾਂ ਚੀਜ਼ਾਂ ਦੇ ਬਦਲੇ ਇੰਡੀਅਨ ਨੈਸ਼ਨਲ ਕਾਂਗਰਸ ਨੇ ਕੀ ਕਿਹਾ ਕਿ ਅਸੀਂ ਤੁਹਾਨੂੰ ਕੀ ਦੇਵਾਂਗੇ। ਇੰਡੀਅਨ ਨੈਸ਼ਨਲ ਕਾਂਗਰਸ ਨੇ ਕਿਹਾ, ਗਾਂਧੀ ਜੀ ਨੇ ਕਿਹਾ ਕਿ ਅਸੀਂ ਜੋ ਸਿਵਲ ਡਿਸਓਬੀਡੀਐਂਸ ਮੂਵਮੈਂਟ, ਜੇ ਤੁਸੀਂ ਇਹਨਾਂ ਗੱਲਾਂ ਦੇ ਉੱਤੇ ਸਹਿਮਤੀ ਜਤਾਉਂਦੇ ਹੋ, ਇਹ ਗੱਲਾਂ ਸਾਨੂੰ ਦਿੰਦੇ ਹੋ, ਤਾਂ ਅਸੀਂ ਜੋ ਸਿਵਲ ਡਿਸਓਬੀਡੀਐਂਸ ਮੂਵਮੈਂਟ ਹੈ ਉਸ ਨੂੰ ਕੀ ਕਰ ਲਾਂਗੇ, ਖਤਮ ਕਰ ਦਾਂਗੇ, ਵਿਦਡਰਾ ਕਰ ਲਾਂਗੇ। ਇਸ ਤੋਂ ਇਲਾਵਾ ਕਹਿੰਦੇ ਇੰਡੀਅਨ ਨੈਸ਼ਨਲ ਕਾਂਗਰਸ ਪਾਰਟਿਸਿਪੇਟਡ ਇਨ ਸੈਕੰਡ ਰਾਉਂਡ ਟੇਬਲ ਕਾਨਫਰੰਸ। ਐਕਚੁਅਲ ਦੇ ਵਿੱਚ 1930 ਦੇ ਵਿੱਚ ਰਾਉਂਡ ਟੇਬਲ ਕਾਨਫਰੰਸਿਸ ਵੀ ਸਟਾਰਟ ਹੋ ਗਈਆਂ ਸੀ ਲੰਡਨ ਦੇ ਵਿੱਚ। ਪਹਿਲੀ ਜਿਹੜੀ ਰਾਉਂਡ ਟੇਬਲ ਕਾਨਫਰੰਸ ਸੀ 1930 ਦੇ ਵਿੱਚ ਉਸ ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਨੇ ਜਾਣ ਤੋਂ ਮਨਾ ਕਰਤਾ ਸੀ, ਉਸ ਨੂੰ ਰਿਫਿਊਜ਼ ਕਰਤਾ ਸੀ। ਸੋ ਗਾਂਧੀ ਜੀ ਨੇ ਕਿਹਾ ਕਿ ਜਿਹੜੀ ਸੈਕੰਡ ਰਾਉਂਡ ਟੇਬਲ ਕਾਨਫਰੰਸ ਹੋਏਗੀ ਉਹਦੇ ਵਿੱਚ ਅਸੀਂ ਕੀ ਕਰਾਂਗੇ, ਪਾਰਟਿਸਿਪੇਟ ਕਰਾਂਗੇ। ਸੋ ਜਿਸ ਕਰਕੇ ਗਾਂਧੀ ਜੀ ਲੰਡਨ ਦੇ ਵਿੱਚ ਸੈਕੰਡ ਰਾਉਂਡ ਟੇਬਲ ਕਾਨਫਰੰਸ ਨੂੰ ਅਟੈਂਡ ਕਰਨ ਦੇ ਲਈ 1931 ਦੇ ਵਿੱਚ ਗਏ ਸਨ। ਕਹਿੰਦੇ ਗਾਂਧੀ ਅਟੈਂਡ ਦ ਸੈਕੰਡ ਰਾਉਂਡ ਟੇਬਲ ਕਾਨਫਰੰਸ ਇਨ ਲੰਡਨ, ਗਏ ਸਨ ਸੈਕੰਡ ਰਾਉਂਡ ਟੇਬਲ ਕਾਨਫਰੰਸ। ਸੋ ਇੰਡੀਅਨ ਨੈਸ਼ਨਲ ਕਾਂਗਰਸ ਨੇ ਸਿਰਫ ਇੱਕ ਹੀ ਰਾਉਂਡ ਟੇਬਲ ਕਾਨਫਰੰਸ ਨੂੰ ਅਟੈਂਡ ਕੀਤਾ, ਉਹ ਹੈ ਜੀ ਸਾਡੀ ਸੈਕੰਡ ਰਾਉਂਡ ਟੇਬਲ ਕਾਨਫਰੰਸ। ਇੰਡੀਅਨ ਨੈਸ਼ਨਲ ਕਾਂਗਰਸ ਦੇ ਵੱਲੋਂ ਕੌਣ ਗਿਆ ਸੀ, ਤਾਂ ਮਹਾਤਮਾ ਗਾਂਧੀ ਜੀ। ਬਟ ਮਹਾਤਮਾ ਗਾਂਧੀ ਜੀ ਨੇ ਜਦੋਂ ਉਸ ਕਾਨਫਰੰਸ ਦੇ ਵਿੱਚ ਦੇਖਿਆ ਕਿ ਜਿਹੜੀ ਡਿਸਕਸ਼ਨਸ ਹੋ ਰਹੀਆਂ ਨੇ ਉਹ ਕਿਸ ਤਰੀਕੇ ਦੀਆਂ ਹੋ ਰਹੀਆਂ ਨੇ, ਸੈਪਰੇਟ ਇਲੈਕਟੋਰੇਟ ਦੀ ਗੱਲ ਕੀਤੀ ਜਾ ਰਹੀ ਹੈ, ਮਾਈਨੋਰਿਟੀਜ਼ ਨੂੰ ਸੈਪਰੇਟ ਇਲੈਕਟੋਰੇਟ ਦਿੱਤਾ ਜਾਏਗਾ, ਜਾਂ ਫਿਰ ਮਤਲਬ ਇੰਡੀਆ ਦੀ ਯੂਨਿਟੀ ਨੂੰ ਭੰਗ ਕਰਨ ਦੀਆਂ ਗੱਲਾਂ ਡਿਸਕਸ਼ਨਸ ਉਸ ਕਾਨਫਰੰਸ ਦੇ ਵਿੱਚ ਹੋ ਰਹੀਆਂ ਸੀ, ਜਿਸ ਕਰਕੇ ਗਾਂਧੀ ਜੀ ਉਸ ਕਾਨਫਰੰਸ ਨੂੰ ਸੈਕੰਡ ਰਾਉਂਡ ਟੇਬਲ ਕਾਨਫਰੰਸ ਨੂੰ ਵੀ ਵਿੱਚੇ ਹੀ ਛੱਡ ਕੇ ਕੀ ਆ ਗਏ ਸਨ, ਵਾਪਿਸ ਆ ਗਏ ਸਨ। ਸੋ ਰਾਉਂਡ ਟੇਬਲ ਕਾਨਫਰੰਸਿਸ ਬਾਰੇ ਗੱਲ ਕਰ ਰਹੇ ਹਾਂ, ਕਿਉਂ ਵਾਪਿਸ ਆਏ ਸਨ ਇਹ ਮੈਂ ਦੱਸ ਚੁੱਕੀ ਹਾਂ। ਵਾਪਿਸ ਆਉਣ ਤੋਂ ਬਾਅਦ, ਰਾਉਂਡ ਟੇਬਲ ਕਾਨਫਰੰਸ ਤੋਂ ਵਾਪਿਸ ਆਉਣ ਤੋਂ ਬਾਅਦ ਗਾਂਧੀ ਜੀ ਨੇ ਕੀ ਕੀਤਾ ਉਹ ਆਪਾਂ ਅੱਗੇ ਪੜ੍ਹਦੇ ਹਾਂ। ਉਸ ਤੋਂ ਪਹਿਲਾਂ ਆਪਾਂ ਰਾਉਂਡ ਟੇਬਲ ਕਾਨਫਰੰਸਿਸ ਬਾਰੇ ਦੇਖ ਲੈਂਦੇ ਹਾਂ। ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੀ ਸਾਈਮਨ ਕਮਿਸ਼ਨ ਦੀ ਰਿਪੋਰਟ ਹੈ ਵੀ 1930 ਦੇ ਵਿੱਚ ਹੀ ਮੰਨੀ ਗਈ ਸੀ, ਸਬਮਿਟ ਕਰਵਾਈ ਗਈ ਸੀ। ਰਾਉਂਡ ਟੇਬਲ ਕਾਨਫਰੰਸ ਸਟਾਰਟ ਹੁੰਦੀ ਹੈ ਜੀ ਸਾਡੀ 1930 ਦੇ ਵਿੱਚ। 1930 ਦੇ ਵਿੱਚ ਫਸਟ ਰਾਉਂਡ ਟੇਬਲ ਕਾਨਫਰੰਸ ਹੁੰਦੀ ਹੈ, 1931 ਦੇ ਵਿੱਚ ਸੈਕੰਡ ਰਾਉਂਡ ਟੇਬਲ ਕਾਨਫਰੰਸ ਹੁੰਦੀ ਹੈ, ਤੇ 1932 ਦੇ ਵਿੱਚ ਥਰਡ ਰਾਉਂਡ ਟੇਬਲ ਕਾਨਫਰੰਸ ਹੁੰਦੀ ਹੈ। ਐਗਜ਼ਾਮ ਪੁਆਇੰਟ ਆਫ ਵਿਊ ਨਾਲ ਚੀਜ਼ਾਂ ਇੰਪੋਰਟੈਂਟ ਹੋ ਜਾਂਦੀਆਂ ਜਦੋਂ ਪੁੱਛ ਲਿਆ ਜਾਂਦਾ ਹੈ ਕਿ ਤਿੰਨੋਂ ਦੀਆਂ ਤਿੰਨੋਂ ਰਾਉਂਡ ਟੇਬਲ ਕਾਨਫਰੰਸਿਸ ਕਿਸ ਪਰਸਨ ਵੱਲੋਂ ਜਾਂ ਕਿਸ ਲੀਡਰ ਵੱਲੋਂ ਅਟੈਂਡ ਕੀਤੀਆਂ ਗਈਆਂ, ਤਾਂ ਆਨਸਰ ਹੋਏਗਾ ਡਾਕਟਰ ਬੀ ਆਰ ਅੰਬੇਦਕਰ। ਡਾਕਟਰ ਬੀ ਆਰ ਅੰਬੇਦਕਰ ਜੀ ਨੇ ਸਾਰੀਆਂ ਦੀਆਂ ਸਾਰੀਆਂ ਰਾਉਂਡ ਟੇਬਲ ਕਾਨਫਰੰਸਿਸ ਨੂੰ ਅਟੈਂਡ ਕੀਤਾ, ਤੇ ਜੋ ਇੰਡੀਅਨ ਨੈਸ਼ਨਲ ਕਾਂਗਰਸ ਹੈ ਉਸਨੇ ਸਿਰਫ ਇੱਕ ਹੀ ਰਾਉਂਡ ਟੇਬਲ ਕਾਨਫਰੰਸ ਨੂੰ ਅਟੈਂਡ ਕੀਤਾ ਜੋ ਹੈ 1931 ਦੇ ਵਿੱਚ ਹੋਈ ਸੀ। ਸੋ ਆਪਾਂ ਦੇਖ ਲੈਂਦੇ ਹਾਂ ਹੋਰ ਰਾਉਂਡ ਟੇਬਲ ਕਾਨਫਰੰਸਿਸ ਬਾਰੇ। ਕਹਿੰਦੇ ਫਸਟ ਰਾਉਂਡ ਟੇਬਲ ਕਾਨਫਰੰਸ ਕਹਿੰਦੇ ਪਹਿਲੇ ਰਾਉਂਡ ਟੇਬਲ ਕਾਨਫਰੰਸ ਬਾਰੇ ਦੇਖਿਆ ਜਾਵੇ, ਕਹਿੰਦੇ ਇਟ ਵਾਜ਼ ਹੈਲਡ ਇਨ ਲੰਡਨ ਨਵੰਬਰ
12 90 30 but the Congress did not participate in it। ਕਹਿੰਦੇ ਮੇਨ ਚੀਜ਼ ਹੈ ਕਿ ਇਹ ਜਿਹੜੀ ਰਾਉਂਡ ਟੇਬਲ ਕਾਨਫਰੰਸ ਹੋਈ ਸੀ ਪਹਿਲੀ ਇੱਕ ਹੋਈ ਕਦੋਂ ਸੀ 1930 ਦੇ ਵਿੱਚ ਹੋਈ ਸੀ ਤੇ ਇਸ ਨੂੰ ਕਿਸਨੇ ਅਟੈਂਡ ਨਹੀਂ ਸੀ ਕੀਤਾ ਇੰਡੀਅਨ ਨੈਸ਼ਨਲ ਕਾਂਗਰਸ ਨੇ ਇਸ ਨੂੰ ਅਟੈਂਡ ਨਹੀਂ ਸੀ ਕੀਤਾ। ਫਿਰ ਇਨ ਮਾਰਚ 1931 ਮਹਾਤਮਾ ਗਾਂਧੀ ਤੇ ਲਾਰਡ ਇਰਵਿਨ ਦੇ ਵਿੱਚ ਇੱਕ ਪੈਕਟ ਸਾਈਨ ਹੁੰਦਾ ਹੈ ਜਿਸ ਨੂੰ ਗਾਂਧੀ ਇਰਵਿਨ ਪੈਕਟ ਕਿਹਾ ਜਾਂਦਾ ਹੈ ਤੇ ਉਸ ਇਰਵਿਨ ਪੈਕਟ ਦੇ ਵਿੱਚ ਕੀ ਕੰਡੀਸ਼ਨਸ ਮੰਨੀਆਂ ਜਾਂਦੀਆਂ ਸਿਵਲ ਡਿਸਓਬੀਡੀਐਂਸ ਮੂਵਮੈਂਟ ਨੂੰ ਵਾਪਸ ਲੈ ਲਿਆ ਜਾਂਦਾ ਹੈ ਤਾਂ ਉਸ ਪੈਕਟ ਤੋਂ ਬਾਅਦ ਗਾਂਧੀ ਜੀ ਨੇ ਸੈਕਿੰਡ ਰਾਉਂਡ ਟੇਬਲ ਕਾਨਫਰੰਸ ਦੇ ਵਿੱਚ ਕੀ ਕੀਤਾ ਸੀ ਪਾਰਟਿਸਿਪੇਟ ਕਰਨ ਦੇ ਲਈ ਉਹਨਾਂ ਨੇ ਸਹਿਮਤੀ ਜਤਾਈ ਸੀ। ਸੋ ਇੱਥੋਂ ਹੀ ਸਟਾਰਟ ਹੋ ਜਾਂਦੀ ਹੈ ਸਾਡੀ ਸੈਕਿੰਡ ਰਾਉਂਡ ਟੇਬਲ ਕਾਨਫਰੰਸ। It was held in London on 7th of September 1931 ਤੇ ਇਹ ਜੋ ਸੈਕਿੰਡ ਰਾਉਂਡ ਟੇਬਲ ਕਾਨਫਰੰਸ ਹੈ ਇਹ 7 ਸਤੰਬਰ 1931 ਨੂੰ ਲੰਡਨ ਦੇ ਵਿੱਚ ਹੁੰਦੀ ਹੈ ਤੇ ਥਰਡ ਰਾਉਂਡ ਟੇਬਲ ਕਾਨਫਰੰਸ ਹੁੰਦੀ ਹੈ ਸਾਡੀ 1932 ਦੇ ਵਿੱਚ। It was held in London on 17th of November 1932 to consider the reports of various subcommittees appointed from the time to time। ਕਹਿੰਦੇ ਇਸ ਕਾਨਫਰੰਸ ਦੇ ਵਿੱਚ ਸਾਰੀਆਂ ਜਿਹੜੀਆਂ ਸਬ ਕਮੇਟੀਜ਼ ਸੀ ਉਹ ਆਪਣੀਆਂ ਰਿਪੋਰਟਸ ਨੂੰ ਸਬਮਿਟ ਕਰਵਾਉਂਦੀ ਹੈ। ਇਟ ਅਲਟੀਮੇਟਲੀ ਲੈਡ ਟੂ ਦਾ ਪਾਸੇਜ ਆਫ ਗਵਰਨਮੈਂਟ ਆਫ ਇੰਡੀਆ ਐਕਟ 1935 ਤੇ ਸੈਕਿੰਡ ਰਾਉਂਡ ਟੇਬਲ ਕਾਨਫਰੰਸ ਜੋ 1932 ਦੇ ਵਿੱਚ ਹੁੰਦੀ ਹੈ ਉਸ ਦੇ ਵਿੱਚ ਲਾਸਟ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਐਕਟ 1935 ਨੂੰ ਕੀ ਕਰ ਦਿੱਤਾ ਜਾਂਦਾ ਪਾਸ ਕਰ ਦਿੱਤਾ ਜਾਂਦਾ। ਪਹਿਲਾਂ ਆਪਾਂ ਦੇਖਿਆ ਗਵਰਨਮੈਂਟ ਆਫ ਇੰਡੀਆ ਐਕਟ 1919 ਫਿਰ ਸਾਈਮਨ ਕਮਿਸ਼ਨ ਆਇਆ ਤੇ ਇਸ ਤੋਂ ਬਾਅਦ ਗਵਰਨਮੈਂਟ ਆਫ ਇੰਡੀਆ ਐਕਟ 1935 ਪਾਸ ਕੀਤਾ ਗਿਆ ਥਰਡ ਰਾਉਂਡ ਟੇਬਲ ਕਾਨਫਰੰਸ ਦੇ ਵਿੱਚ। ਕਹਿੰਦੇ ਜਿਹੜੇ ਕਾਂਗਰਸ did not participate as most of the leaders were in jail। ਕਹਿੰਦੇ ਤੇ ਇਸ ਸਮੇਂ ਕਾਂਗਰਸ ਦੇ ਆਲਮੋਸਟ ਸਾਰੇ ਦੇ ਸਾਰੇ ਲੀਡਰ ਹੀ ਕਿੱਥੇ ਸਨ ਜੇਲ੍ਹ ਦੇ ਵਿੱਚ ਸਨ। ਕਿਉਂ ਜੇਲ੍ਹ ਦੇ ਵਿੱਚ ਸਨ? ਦੇਖੋ ਜੋ ਸੈਕਿੰਡ ਰਾਉਂਡ ਟੇਬਲ ਕਾਨਫਰੰਸ ਹੋਈ ਸੀ ਥਰਡ ਰਾਉਂਡ ਟੇਬਲ ਕਾਨਫਰੰਸ ਵਿੱਚ ਕਹਿੰਦੇ ਕੋਈ ਨਹੀਂ ਸੀ ਕਿਉਂਕਿ ਆਲਮੋਸਟ ਸਾਰੇ ਦੇ ਸਾਰੇ ਕਾਂਗਰਸ ਲੀਡਰ ਕਿੱਥੇ ਸਨ ਜੇਲ੍ਹ ਦੇ ਵਿੱਚ ਸਨ। ਬਟ ਜੇਲ੍ਹ ਦੇ ਵਿੱਚ ਕਿਉਂ ਸਨ? ਦੇਖੋ ਆਪਾਂ ਦੇਖਿਆ ਕਿ ਸੈਕਿੰਡ ਰਾਉਂਡ ਟੇਬਲ ਕਾਨਫਰੰਸ ਜਦੋਂ ਹੋਈ ਸੀ 1931 ਦੇ ਵਿੱਚ ਤਾਂ ਗਾਂਧੀ ਜੀ ਉਸ ਕਾਨਫਰੰਸ ਨੂੰ ਅੱਧ ਵਿੱਚ ਹੀ ਇਨਕੰਪਲੀਟ ਛੱਡ ਕੇ ਵਾਪਿਸ ਆ ਗਏ ਸਨ। ਕਾਰਨ ਕੀ ਸੀ? ਕਾਰਨ ਮੈਂ ਦੱਸ ਚੁੱਕੀ ਹਾਂ ਕਿ ਉੱਥੇ ਇੰਡੀਆ ਦੀ ਯੂਨਿਟੀ ਨੂੰ ਖਤਮ ਕਰਨ ਦੀਆਂ ਗੱਲਾਂ ਹੋ ਰਹੀਆਂ ਸੀ। ਕਿਸ ਤਰੀਕੇ ਨਾਲ ਕਿ ਇੰਡੀਆ ਦੇ ਵਿੱਚ ਜਿੰਨੀਆਂ ਮਾਈਨੋਰਿਟੀਜ਼ ਨੇ ਉਹਨਾਂ ਨੂੰ ਕੀ ਦਿੱਤਾ ਜਾਏਗਾ ਸੈਪਰੇਟ ਇਲੈਕਟੋਰੇਟ ਦਿੱਤਾ ਜਾਏਗਾ ਤੇ ਇਸ ਨੂੰ ਕੀ ਕਿਹਾ ਜਾਂਦਾ ਕਿਊਮਿਨਲ ਅਵਾਰਡ ਕਿਹਾ ਜਾਂਦਾ। ਕੀ ਕਿਹਾ ਜਾਂਦਾ ਕਿਊਮਿਨਲ ਅਵਾਰਡ। ਐਂਡ ਪੂਨਾ ਪੈਕਟ 1932 ਬਾਰੇ ਗੱਲ ਕਰਦੇ ਹਾਂ ਹੁਣ ਉੱਥੇ ਪਹੁੰਚ ਚੁੱਕੇ ਹਾਂ ਆਪਾਂ। ਦੇਖੋ ਕਿਊਮਿਨਲ ਅਵਾਰਡ ਕੀ ਸੀ? ਕਹਿੰਦੇ ਔਨ ਅਗਸਤ 1932 ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਰਮਸਿਆ ਮੈਕਡੋਨਲਡ। ਦੇਖੋ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਸੀ ਰਮਸਿਆ ਉਸਨੇ ਕੀ ਕੀਤਾ 1932 ਦੇ ਵਿੱਚ ਇੱਕ ਅਨਾਉਂਸਮੈਂਟ ਕੀਤੀ ਇੱਕ ਡੈਕਲੇਰੇਸ਼ਨ ਕੀਤੀ ਜਿਸ ਨੂੰ ਜੋ ਕਿਸ ਨਾਮ ਨਾਲ ਫੇਮਸ ਹੋਈ ਕਿਊਮਿਨਲ ਅਵਾਰਡ ਦੇ ਨਾਲ। ਉਸ ਡੈਕਲੇਰੇਸ਼ਨ ਦੇ ਵਿੱਚ ਉਸਨੇ ਕੀ ਕਿਹਾ? ਉਸਨੇ ਕਿਹਾ ਕਿ ਜਿੰਨਾ ਮਾਈਨੋਰਿਟੀ ਸੈਕਸ਼ਨ ਹੈ ਇੰਡੀਆ ਦਾ ਉਹਨਾਂ ਨੂੰ ਕੀ ਦਿੱਤਾ ਜਾਏਗਾ ਸੈਪਰੇਟ ਇਲੈਕਟੋਰੇਟ ਦਿੱਤਾ ਜਾਏਗਾ। ਕੀ ਹੈ? ਕਹਿੰਦੇ ਗ੍ਰਾਂਟਿੰਗ ਸੈਪਰੇਟ ਇਲੈਕਟੋਰੇਟ ਇੰਡੀਆ ਫॉर ਫਾਰਵਰਡ ਕਲਾਸਿਸ ਬੈਕਵਰਡ ਕਲਾਸਿਸ ਸ਼ਡਿਊਲ ਕਾਸਟ ਮੁਸਲਿਮ ਬੁੱਧਿਸਟ ਸਿੱਖ ਇੰਡੀਅਨ ਕ੍ਰਿਸਚਨ ਐਂਗਲੋ ਇੰਡੀਅਨਸ ਯੂਰਪੀਅਨਸ ਐਂਡ ਡਿਪਰੈਸਡ ਕਲਾਸਿਸ। ਅਗਰ ਤੁਸੀਂ ਦੇਖੋ ਤਾਂ ਇਸ ਦੇ ਵਿੱਚ ਸਾਰੀਆਂ ਦੀਆਂ ਸਾਰੀਆਂ ਜਿਹੜੇ ਸੈਕਸ਼ਨ ਸੀ ਇੰਡੀਆ ਦੀ ਕਮਿਊਨਿਟੀਜ਼ ਦੇ ਸਭ ਨੂੰ ਕਹਿੰਦੇ ਆਪਾਂ ਸੈਪਰੇਟ ਇਲੈਕਟੋਰੇਟ ਦੇਵਾਂਗੇ। ਦੇਖੋ ਜੇ ਤੁਸੀਂ ਆਪ ਸੋਚੋ ਜੇ ਸਭ ਨੂੰ ਹੀ ਸੈਪਰੇਟ ਇਲੈਕਟੋਰੇਟ ਦੇ ਦਿੰਦੇ 1909 ਦੇ ਵਿੱਚ ਇਹਨਾਂ ਨੇ ਮੁਸਲਿਮ ਲੀਗ ਨੂੰ ਸੈਪਰੇਟ ਇਲੈਕਟੋਰੇਟ ਦਿੱਤਾ ਸੀ। ਇਸ ਤੋਂ ਬਾਅਦ ਕਹਿੰਦੇ ਸਿੱਖ ਕ੍ਰਿਸਚਨ ਐਂਗਲੋ ਇੰਡੀਅਨ ਡਿਪਰੈਸਡ ਕਲਾਸਿਸ ਸ਼ਡਿਊਲ ਕਾਸਟ ਫਾਰਵਰਡ ਕਲਾਸਿਸ ਕਹਿੰਦੇ ਸਭ ਨੂੰ ਸੈਪਰੇਟ ਇਲੈਕਟੋਰੇਟ ਦੇ ਦਿੱਤਾ ਜਾਵੇ ਇਸ ਅਵਾਰਡ ਦੇ ਵਿੱਚ ਕਿਹਾ ਗਿਆ ਕਿਊਮਿਨਲ ਅਵਾਰਡ ਦੇ ਵਿੱਚ। ਬਟ ਇਹਦੇ ਨਾਲ ਹੋਣਾ ਕੀ ਸੀ ਜੇ ਸਭ ਨੂੰ ਸੈਪਰੇਟ ਇਲੈਕਟੋਰੇਟ ਦੇ ਦਿੰਦੇ ਤਾਂ ਇੰਡੀਆ ਦੇ ਵਿੱਚ ਸਾਰੀ ਦੀ ਸਾਰੀ ਜਿਹੜੀ ਇੱਕ ਯੂਨਿਟੀ ਸੀ ਉਸ ਨੂੰ ਭੰਗ ਕਰਨ ਦੀ ਗੱਲ ਕੀਤੀ ਗਈ ਸੀ ਜਿਸ ਦੇ ਲਈ ਮਹਾਤਮਾ ਗਾਂਧੀ ਜੀ ਬਿਲਕੁਲ ਵੀ ਐਗਰੀ ਨਹੀਂ ਸਨ ਤੇ ਉਹਨਾਂ ਨੇ ਇਸ ਦੇ ਅਗੇਂਸਟ ਇੱਕ ਪ੍ਰੋਟੈਸਟ ਕੀਤਾ ਤੇ ਯਯੁਰਵੇਦਾ ਜੇਲ੍ਹ ਦੇ ਵਿੱਚ ਉਹ ਇਸ ਕਿਊਮਿਨਲ ਅਵਾਰਡ ਦੇ ਅਗੇਂਸਟ ਇਸ ਕਿਊਮਿਨਲ ਅਵਾਰਡ ਦੇ ਵਿਰੁੱਧ ਉਹ ਯਯੁਰਵੇਦਾ ਜੇਲ੍ਹ ਦੇ ਵਿੱਚ ਮਰਨ ਵਰਤ ਦੇ ਭੁੱਖ ਵਰਤ ਦੇ ਉੱਤੇ ਬੈਠ ਗਏ ਸਨ। ਕਹਿੰਦੇ ਮਹਾਤਮਾ ਗਾਂਧੀ protested against the communal award and went on a fast on to death in the Yayurveda jail on 20 September 1932। ਤੇ ਗਾਂਧੀ ਜੋ ਸਾਡੇ ਮਹਾਤਮਾ ਗਾਂਧੀ ਜੀ ਸਨ ਉਹ ਮਰਨ ਵਰਤ ਤੇ ਬੈਠ ਗਏ ਸਨ ਇਸ
ਕ੍ਰਿਮੀਨਲ ਅਵਾਰਡ ਦੇ ਅਗੇਂਸਟ। ਕਿਉਂ? ਕਿਉਂਕਿ ਅਗਰ ਇਹ ਕ੍ਰਿਮੀਨਲ ਅਵਾਰਡ ਆ ਜਾਂਦਾ, ਸਭ ਨੂੰ ਸੈਪਰੇਟ ਇਲੈਕਟੋਰੇਟ ਮਿਲ ਜਾਂਦਾ, ਤਾਂ ਇੰਡੀਆ ਦੇ ਵਿੱਚ ਯੂਨਿਟੀ ਨਹੀਂ ਸੀ ਰਹਿਣੀ। ਤਾਂ ਗਾਂਧੀ ਜੀ ਨੇ ਅਪਰੋਚ ਕੀਤਾ ਬੀ ਆਰ ਅੰਬੇਦਕਰ ਜੀ ਨੂੰ ਕਿ ਉਹ ਮੈਨੂੰ ਮਿਲਣ ਦੇ ਲਈ ਜੇਲ੍ਹ ਦੇ ਵਿੱਚ ਆਉਣ, ਤਾਂ ਜੋ ਆਪਾਂ ਆਪਣੀ ਸੈਟਲਮੈਂਟ ਕਰੀਏ। ਤਾਂ ਹੁੰਦਾ ਕੀ ਹੈ ਕਿ ਬੀ ਆਰ ਅੰਬੇਦਕਰ ਜੀ ਗਾਂਧੀ ਜੀ ਨੂੰ ਯਜੁਰਵੇਦਾ ਜੇਲ੍ਹ ਦੇ ਵਿੱਚ ਮਿਲਣ ਆਉਂਦੇ ਨੇ, ਤੇ ਮਹਾਤਮਾ ਗਾਂਧੀ ਜੀ ਬੀ ਆਰ ਅੰਬੇਦਕਰ ਜੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਬਈ ਆਪਾਂ ਸੈਪਰੇਟ, ਆਪਾਂ ਡਿਪਰੈਸਡ ਕਲਾਸਿਸ ਨੂੰ ਸੈਪਰੇਟ ਇਲੈਕਟੋਰੇਟ ਕਿਉਂ ਹੀ ਦੇਣਾ। ਤਾਂ ਬੀ ਆਰ ਅੰਬੇਦਕਰ ਜੀ ਕਹਿੰਦੇ ਕਿ ਡਿਪਰੈਸਡ ਕਲਾਸਿਸ ਦੇ ਨਾਲ ਬਹੁਤ ਜ਼ਿਆਦਾ ਧੱਕਾ ਹੁੰਦਾ ਹੈ, ਕਿਉਂਕਿ ਉਹ ਚੀਜ਼ ਸਾਡੇ ਬੀ ਆਰ ਅੰਬੇਦਕਰ ਜੀ ਨੇ ਵੀ ਫੇਸ ਕੀਤੀ ਸੀ। ਤਾਂ ਗਾਂਧੀ ਜੀ ਕਹਿੰਦੇ ਆਪਾਂ ਅਗਰ ਸੈਪਰੇਟ ਇਲੈਕਟੋਰੇਟ ਲੈ ਕੇ ਆਉਂਦੇ ਆ ਤਾਂ ਇਹਦੇ ਵਿੱਚ ਸਾਡਾ ਆਪਣਾ ਹੀ ਨੁਕਸਾਨ ਹੈ, ਪੂਰੀ ਇੰਡੀਆ ਦਾ ਨੁਕਸਾਨ ਹੈ ਕਿ ਉਸ ਦੇ ਵਿੱਚ ਇੰਡੀਆ ਦੇ ਵਿੱਚ ਬਿਲਕੁਲ ਵੀ ਯੂਨਿਟੀ ਨਹੀਂ ਰਹੇਗੀ। ਤਾਂ ਉਹਨਾਂ ਨੇ ਕਿਹਾ ਚਲੋ ਆਪਾਂ ਇਸ ਨੂੰ ਇਸ ਫੈਸਲੇ ਨਾਲ ਸੌਰਟ ਆਊਟ ਕਰਦੇ ਆ ਕਿ ਇਹਨਾਂ ਨੂੰ ਰਿਜ਼ਰਵ ਸੀਟਸ ਦਿੱਤੀਆਂ ਜਾਣਗੀਆਂ। ਦੇਖੋ ਜੇ ਤੁਸੀਂ ਸੈਪਰੇਟ ਇਲੈਕਟੋਰੇਟ ਲੈਂਦੇ ਹੋ ਤਾਂ ਤੁਹਾਨੂੰ ਕੀ ਹੈ 71 ਸੀਟਸ ਮਿਲਣਗੀਆਂ। ਕਹਿੰਦੇ ਹਾਊਐਵਰ ਦ ਸੀਟਸ ਰਿਜ਼ਰਵਡ ਫॉर द डिप्रेस्ड ਕਲਾਸਿਸ were increased from 71 to 147। ਕਹਿੰਦੇ ਜੇਕਰ ਤੁਸੀਂ ਸੈਪਰੇਟ ਇਲੈਕਟੋਰੇਟ ਲੈਂਦੇ ਹੋ ਤਾਂ ਤੁਹਾਨੂੰ 71 ਸੀਟਸ ਦਿੱਤੀਆਂ ਜਾਣਗੀਆਂ, ਬਟ ਆਪਾਂ ਤੁਹਾਨੂੰ ਕਿੰਨੀਆਂ ਸੀਟਸ ਰਿਜ਼ਰਵ ਕਰ ਦਿੰਦੇ ਆ 147 ਇਨ ਪ੍ਰੋਵਿੰਸ਼ੀਅਲ ਲੈਜਿਸਲੇਚਰ। ਕਹਿੰਦੇ ਸਟੇਟ ਦੀਆਂ ਲੈਜਿਸਲੇਚਰ ਦੇ ਵਿੱਚ 147 ਸੀਟਸ ਡਿਪਰੈਸਡ ਕਲਾਸਿਸ ਦੇ ਲਈ ਕੀ ਕੀਤੀਆਂ ਜਾਣਗੀਆਂ, ਰਿਜ਼ਰਵ ਕੀਤੀਆਂ ਜਾਣਗੀਆਂ। ਐਂਡ 18% ਆਫ ਦਾ ਟੋਟਲ ਇਨ ਦਾ ਸੈਂਟਰ ਲੈਜਿਸਲੇਚਰ, ਤੇ ਸੈਂਟਰ ਦੇ ਵਿੱਚ 18%, ਟੋਟਲ ਦਾ 18% ਵੀ ਇਹਨਾਂ ਨੂੰ ਹੀ ਦਿੱਤਾ ਜਾਏਗਾ ਰਿਜ਼ਰਵ ਕੈਟਾਗਰੀਜ਼ ਨੂੰ। ਸੋ ਕਹਿੰਦੇ ਆਪਾਂ ਦੇਸ਼ ਨੂੰ ਵੰਡਣਾ ਕਿਉਂ ਹੈ, ਆਪਾਂ ਆਪਣੀ ਸੈਟਲਮੈਂਟ ਕਰ ਲੈਨੇ, ਇਹਨਾਂ ਨੂੰ ਰਿਜ਼ਰਵ ਇੱਕ ਸੀਟਸ ਦੇ ਦਿੰਨੇ ਆ। ਤੇ ਇਸ ਨੂੰ ਇਹ ਜੋ ਸਾਈਨ ਹੋਇਆ ਸੀ, ਜੋ ਐਗਰੀਮੈਂਟ ਹੋਇਆ ਗਾਂਧੀ ਜੀ, ਮਹਾਤਮਾ ਗਾਂਧੀ ਤੇ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਵਿਚਕਾਰ, ਇਸ ਨੂੰ ਕਿਹਾ ਜਾਂਦਾ ਹੈ ਪੂਨਾ ਪੈਕਟ। ਇਹ ਹੋਇਆ ਕਦੋਂ ਸੀ 1932 ਦੇ ਵਿੱਚ। ਐਗਜ਼ਾਮ ਪੁਆਇੰਟ ਆਫ ਵਿਊ ਨਾਲ ਈਅਰਸ ਇੰਪੋਰਟੈਂਟ ਨੇ ਕਿ ਪੁੱਛ ਲਿਆ ਜਾਂਦਾ ਪੂਨਾ ਪੈਕਟ ਪਹਿਲਾਂ ਹੋਇਆ ਸੀ ਕਿ ਕ੍ਰਿਮੀਨਲ ਅਵਾਰਡ ਪਹਿਲਾਂ ਆਇਆ ਸੀ, ਇੰਡੀਅਨ ਪੈਕਟ ਪਹਿਲਾਂ ਆਇਆ ਸੀ ਕਿ ਪੂਨਾ ਪੈਕਟ ਪਹਿਲਾਂ ਆਇਆ ਸੀ। ਸੋ ਇਹ ਸੀਕੁਐਂਸ ਵਾਈਜ਼ ਕ੍ਰੋਨੋਲੋਜੀਕਲ ਆਰਡਰ ਦੇ ਵਿੱਚ ਤੁਹਾਨੂੰ ਚੀਜ਼ਾਂ ਯਾਦ ਹੋਣੀਆਂ ਚਾਹੀਦੀਆਂ। ਸੋ ਇਸ ਤੋਂ ਬਾਅਦ ਕੀ ਹੁੰਦਾ ਹੈ, ਆਪਾਂ ਲਾਸਟ ਦੇ ਵਿੱਚ ਦੇਖਿਆ ਕਿ ਜਦੋਂ ਥਰਡ ਰਾਊਂਡ ਟੇਬਲ ਕਾਨਫਰੰਸ ਹੁੰਦੀ ਹੈ ਉੱਥੇ ਗਵਰਨਮੈਂਟ ਆਫ ਇੰਡੀਆ ਐਕਟ 1935 ਲੈ ਕੇ ਆਉਂਦੇ ਨੇ। ਅਗਰ ਗਵਰਨਮੈਂਟ ਆਫ ਇੰਡੀਆ ਐਕਟ 1935 ਦੀ ਮੋਟੀਆਂ ਪ੍ਰੋਵੀਜ਼ਨਸ ਦੀ ਗੱਲ ਕੀਤੀ ਜਾਵੇ ਤਾਂ ਅਗਰ ਪਹਿਲਾਂ ਹੀ ਆਪਾਂ ਗਵਰਨਮੈਂਟ ਆਫ ਇੰਡੀਆ ਐਕਟ 1935 ਦੀ ਗੱਲ ਕਰੀਏ ਤਾਂ ਇਹ ਐਕਟ ਸਕੈਲਟਨ ਸੀ ਸਾਡੇ ਅੱਜ ਦੇ ਕਨਸਟੀਟਿਊਸ਼ਨ ਦਾ। ਜੋ ਸਾਡਾ ਅੱਜ ਦਾ ਸੰਵਿਧਾਨ ਬਣਾਇਆ ਗਿਆ ਉਸ ਦਾ ਪਿੰਜਰ ਕੀ ਹੈ, ਜਾਂ ਫਿਰ ਆਪਾਂ ਮੋਸਟ ਆਫ ਜਿਹੜੀਆਂ ਪ੍ਰੋਵੀਜ਼ਨਸ ਨੇ ਅੱਜ ਦੇ ਸੰਵਿਧਾਨ ਦੇ ਵਿੱਚ ਉਹ ਕਿੱਥੋਂ ਚੱਕੀਆਂ ਨੇ, ਇਸ ਗਵਰਨਮੈਂਟ ਆਫ ਇੰਡੀਆ ਐਕਟ 1935 ਤੋਂ ਹੀ ਲਈਆਂ ਗਈਆਂ ਨੇ। ਸੋ ਗਵਰਨਮੈਂਟ ਆਫ ਇੰਡੀਆ ਐਕਟ 1935 ਇਜ਼ ਅ ਸਕੈਲਟਨ ਆਫ ਆਰ ਕਨਸਟੀਟਿਊਸ਼ਨ। ਸਾਡੇ ਸੰਵਿਧਾਨ ਦਾ ਇੱਕ ਪਿੰਜਰ ਹੈ ਕਿਉਂਕਿ ਉੱਥੋਂ ਸਾਰੀਆਂ ਪ੍ਰੋਵੀਜ਼ਨਸ ਆਲਮੋਸਟ ਚੱਕੀਆਂ ਗਈਆਂ ਨੇ। ਬਹੁਤ ਜ਼ਿਆਦਾ ਹੱਬ ਹੈ ਜੋ ਸਾਡੇ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਵਿੱਚੋਂ ਲਿਆ ਗਿਆ ਹੈ। ਸੋ ਅਗਰ ਮੋਟੇ ਪ੍ਰੋਵੀਜ਼ਨਸ ਦੀ ਗੱਲ ਕਰੀਏ ਤਾਂ ਜੋ ਸਾਡੀ ਬਾਈ ਕੈਮਰਲਿਜ਼ਮ ਦੀ ਗੱਲ ਕੀਤੀ ਗਈ ਸੀ, ਦੋ ਹਾਊਸਿਸ ਦੀ ਗੱਲ, ਜੋ ਅਸੀਂ ਗਵਰਨਮੈਂਟ ਆਫ ਇੰਡੀਆ ਐਕਟ 1919 ਦੇ ਵਿੱਚ ਗੱਲ ਕੀਤੀ ਸੀ, ਉਸ ਨੂੰ ਇੰਪਲੀਮੈਂਟ ਕੀਤਾ ਗਿਆ ਸੀ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਵਿੱਚ। ਇਸ ਤੋਂ ਇਲਾਵਾ ਜੋ ਡਰਾਰਕੀ ਸਿਸਟਮ ਇੰਟਰੋਡਿਊਸ ਕੀਤਾ ਸੀ ਗਵਰਨਮੈਂਟ ਆਫ ਇੰਡੀਆ ਐਕਟ 1919 ਦੇ ਵਿੱਚ ਪ੍ਰੋਵਿੰਸਿਸ ਲੈਵਲ ਦੇ ਉੱਤੇ, ਉਸ ਨੂੰ ਖਤਮ ਕਰ ਦਿੱਤਾ ਗਿਆ ਤੇ ਉਸ ਨੂੰ ਇੰਟਰੋਡਿਊਸ ਕੀਤਾ ਗਿਆ ਸੈਂਟਰ ਲੈਵਲ ਦੇ ਉੱਤੇ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਵਿੱਚ। ਇਸ ਦੇ ਵਿੱਚ ਫੈਡਰਲ ਕੋਰਟ ਬਣਾਇਆ ਗਿਆ ਜੋ ਅੱਗੇ ਜਾ ਕੇ ਸੁਪਰੀਮ ਕੋਰਟ ਬਣਦਾ ਹੈ 28 ਆਫ ਜਨਵਰੀ 1950 ਦੇ ਵਿੱਚ। ਸੋ ਆਪਾਂ ਦੇਖਦੇ ਹਾਂ ਗਵਰਨਮੈਂਟ ਆਫ ਇੰਡੀਆ ਐਕਟ 1935। ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਵਿੱਚ ਇੱਕ ਕ੍ਰੀਏਸ਼ਨ ਹੋਈ ਆਲ ਇੰਡੀਆ ਫੈਡਰੇਸ਼ਨ ਦੀ। This federation was to consist of British India and the princely states। ਕਹਿੰਦੇ ਇਸ ਆਲ ਇੰਡੀਆ ਫੈਡਰੇਸ਼ਨ ਦੇ ਵਿੱਚ ਕੌਣ ਆਉਂਦੇ ਸਨ, ਬ੍ਰਿਟਿਸ਼ ਇੰਡੀਆ ਤੇ ਜੋ ਪ੍ਰਿੰਸਲੀ ਸਟੇਟ ਸਨ ਉਹ ਆਉਂਦੇ ਸਨ। The provinces of British India would have to join federation but it was not compulsory for the princely states। ਕਹਿੰਦੇ ਪ੍ਰਿੰਸਲੀ ਸਟੇਟਸ ਦੇ ਲਈ ਮੈਂਡੇਟਰੀ ਨਹੀਂ ਸੀ ਬਟ ਬ੍ਰਿਟਿਸ਼ ਇੰਡੀਆ ਨੇ ਇਸ ਨੂੰ ਕੀ ਕੀਤਾ, ਜੁਆਇਨ ਕੀਤਾ। This federation never materialized because of the lack of support from the required number of princely states। ਕਹਿੰਦੇ ਕਿਉਂਕਿ ਇਹਦੇ ਵਿੱਚ ਜ਼ਿਆਦਾ ਨੰਬਰ ਆਫ ਪ੍ਰਿੰਸਲੀ ਸਟੇਟਸ ਨੇ ਕੀ ਨਹੀਂ ਸੀ ਕੀਤਾ,
ਪਾਰਟਿਸਿਪੇਟ ਨਹੀਂ ਸੀ ਕੀਤਾ। ਸੋ ਮੇਨਲੀ ਤੁਸੀਂ ਯਾਦ ਰੱਖਣਾ ਹੈ ਕਿ ਇੱਕ ਆਲ ਇੰਡੀਆ ਫੈਡਰੇਸ਼ਨ ਬਣਾਈ ਗਈ ਸੀ ਗਵਰਨਮੈਂਟ ਆਫ ਇੰਡੀਆ 1935 ਦੇ ਵਿੱਚ। ਇਸ ਤੋਂ ਇਲਾਵਾ ਦਿਸ ਐਕਟ ਡਿਵਾਈਡਡ ਦਾ ਪਾਵਰ ਬਿਟਵੀਨ ਸੈਂਟਰ ਐਂਡ ਪ੍ਰੋਵਿੰਸਸ। ਕਹਿੰਦੇ ਇਸ ਐਕਟ ਨੇ ਫੈਡਰਲਿਜ਼ਮ ਲੈ ਕੇ ਆਈ ਸੀ। ਫੈਡਰਲਿਜ਼ਮ ਦਾ ਮਤਲਬ ਹੀ ਕੀ ਹੁੰਦਾ ਹੈ? ਫੈਡਰਲ ਸਟਰਕਚਰ ਦਾ ਮਤਲਬ ਹੁੰਦਾ ਹੈ ਕਿ ਸੈਂਟਰ ਤੇ ਸਟੇਟ ਦੇ ਵਿੱਚ ਪਾਵਰਸ ਦੀ ਕੀ ਹੋਣੀ? ਡਿਵੀਜ਼ਨ ਹੋਣੀ। ਸੋ ਇਸ ਦੇ ਵਿੱਚ ਕੀਤੀ ਗਈ ਸੀ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਵਿੱਚ ਕਿਹੜੀਆਂ ਪਾਵਰਸ? ਕਹਿੰਦੇ देयर वर 3 ਲਿਸਟ which was given subjects under each government। ਦੇਖੋ ਜਦੋਂ ਆਪਾਂ ਫੈਡਰਲਿਜ਼ਮ ਦੀ ਗੱਲ ਕਰਦੇ ਆ ਤਾਂ ਸਾਨੂੰ ਸ਼ਡਿਊਲ 7 ਯਾਦ ਆ ਜਾਂਦਾ ਹੈ ਸਾਡੀ ਪੋਲਿਟੀ ਦਾ, ਕਨਸਟੀਟਿਊਸ਼ਨ ਦਾ। 7 ਸ਼ਡਿਊਲ ਦੇ ਵਿੱਚ ਕੀ ਕੀਤਾ ਗਿਆ ਹੈ? ਫੈਡਰਲ ਸਟਰਕਚਰ ਲੈ ਕੇ ਆਏ ਨੇ ਕਿ ਸੈਂਟਰ ਤੇ ਸਟੇਟ ਦੇ ਵਿੱਚ ਪਾਵਰਸ ਦੀ ਡਿਵੀਜ਼ਨ ਕੀਤੀ ਗਈ ਹੈ। ਕਹਿਣ ਦਾ ਭਾਵ ਕਿ 3 ਲਿਸਟਾਂ ਇੰਟਰੋਡਿਊਸ ਕੀਤੀਆਂ ਗਈਆਂ ਨੇ। ਕਿਹੜੀਆਂ? ਯੂਨੀਅਨ ਲਿਸਟ, ਸਟੇਟ ਲਿਸਟ ਤੇ ਕੌਨਕਰੈਂਟ ਲਿਸਟ। ਇਸ ਦੇ ਵਿੱਚ ਉਹ ਸਬਜੈਕਟਸ ਰੱਖੇ ਗਏ ਨੇ ਜਿਨ੍ਹਾਂ ਦੇ ਉੱਤੇ ਦੇਖੋ ਸਟੇਟ ਲਿਸਟ ਦੇ ਵਿੱਚ ਉਹ ਸਬਜੈਕਟ ਰੱਖੇ ਗਏ ਸੀ ਜਿਨ੍ਹਾਂ ਦੇ ਉੱਤੇ ਸਟੇਟ ਲਾਅ ਬਣਾ ਸਕਦੀ ਹੈ। ਯੂਨੀਅਨ ਲਿਸਟ ਦੇ ਵਿੱਚ ਉਹ ਸਬਜੈਕਟ ਰੱਖੇ ਗਏ ਨੇ ਜਿਨ੍ਹਾਂ ਦੇ ਉੱਤੇ ਸੈਂਟਰ ਲਾਅ ਬਣਾਉਂਦੀ ਹੈ ਤੇ ਕੌਨਕਰੈਂਟ ਲਿਸਟ ਦੇ ਵਿੱਚ ਉਹ ਸਬਜੈਕਟ ਰੱਖੇ ਗਏ ਨੇ ਜਿਨ੍ਹਾਂ ਦੇ ਉੱਤੇ ਦੋਨੋਂ ਹੀ ਕੀ ਬਣਾ ਸਕਦੇ ਨੇ? ਲਾਅ ਬਣਾ ਸਕਦੇ ਨੇ। ਸੋ ਇਸ ਚੀਜ਼ ਦੀ ਗੱਲ ਕਿੱਥੇ ਕੀਤੀ ਗਈ ਸੀ? ਇਹ ਗੱਲ ਕੀਤੀ ਗਈ ਸੀ ਸਾਡੇ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਵਿੱਚ। ਤੇ ਜਿਹੜੀ ਰੈਸੀਡਿਊਰੀ ਪਾਵਰ ਸੀ ਇਹ ਕਿਸ ਨੂੰ ਦਿੱਤੀ ਗਈ ਸੀ? ਇਹ ਵਾਇਸਰॉय ਨੂੰ ਦੇ ਦਿੱਤੀ ਗਈ ਸੀ। ਇਸ ਤੋਂ ਇਲਾਵਾ ਇਹਨਾਂ ਨੇ ਕਹਿੰਦੇ ਜਿਹੜੀ ਤੁਸੀਂ ਪ੍ਰੋਵਿੰਸਸ ਦੇ ਵਿੱਚ ਡਰਾਰਕੀ ਸਿਸਟਮ ਇੰਟਰੋਡਿਊਸ ਕੀਤਾ ਗਿਆ ਨਾ ਉਸ ਨੂੰ ਖਤਮ ਕਰ ਦਿੱਤਾ ਗਿਆ ਸੀ ਤੇ ਪੂਰੀ ਜਿਹੜੀਆਂ ਸਟੇਟਸ ਨੇ ਜਾਂ ਪ੍ਰੋਵਿੰਸਸ ਨੇ ਉਹਨਾਂ ਨੂੰ ਆਟੋਨਮੀ ਦੇ ਦਿੱਤੀ ਗਈ ਸੀ, ਸੁਤੰਤਰਤਾ ਦਿੱਤੀ ਗਈ ਸੀ। ਕਹਿੰਦੇ ਦਾ ਐਕਟ ਗੇਵ ਮੋਰ ਆਟੋਨਮੀ ਟੂ ਪ੍ਰੋਵਿੰਸਸ। ਕਹਿੰਦੇ ਪ੍ਰੋਵਿੰਸਸ ਨੂੰ ਬਹੁਤ ਜ਼ਿਆਦਾ ਫ੍ਰੀडम ਜਾਂ ਫਿਰ ਸੁਤੰਤਰਤਾ ਦਿੱਤੀ ਗਈ ਸੀ ਇਸ ਐਕਟ ਦੇ ਅਧੀਨ। ਤੇ ਡਰਾਰਕੀ ਸਿਸਟਮ ਨੂੰ ਕੀ ਕਰ ਦਿੱਤਾ ਗਿਆ ਸੀ? ਖਤਮ ਕਰ ਦਿੱਤਾ ਗਿਆ ਸੀ ਪ੍ਰੋਵਿੰਸਸ ਲੈਵਲ ਦੇ ਉੱਤੇ। ਇਸ ਤੋਂ ਇਲਾਵਾ ਗਵਰਨਰ ਵਾਸ ਹੈਡ ਟੂ ਆਫ ਦਾ ਐਗਜ਼ੀਕਿਊਟਿਵ। ਕਹਿੰਦੇ ਐਗਜ਼ੀਕਿਊਟਿਵ ਦਾ ਹੈਡ ਬਣਾਇਆ ਗਿਆ ਸੀ ਗਵਰਨਰ ਨੂੰ। देयर वाज अ काउंसिल ऑफ मिनिस्टर टू एडवाइस हिम। कहते एक काउंसिल ऑफ मिनिस्टर बनाई गई सी जो गवर्नर ਨੂੰ ਕੀ ਕਰਦੀ ਸੀ? ਐਡਵਾइस ਕਰਦੀ ਸੀ। ਸੋ ਇਸ ਤੋਂ ਇਲਾਵਾ ਜਿਹੜੀ ਮੇਨ ਚੀਜ਼ ਹੈ ਜਿਹੜੀ ਡਾਇਰਾਰਕੀ ਸਿਸਟਮ ਹੈ ਉਹ ਸੈਂਟਰ ਦੇ ਵਿੱਚ ਇੰਟਰੋਡਿਊਸ ਕਰ ਦਿੱਤੀ ਗਈ ਸੀ। ਕਿੱਥੇ ਕਰ ਦਿੱਤੀ ਗਈ ਸੀ? ਸੈਂਟਰ ਦੇ ਵਿੱਚ ਇੰਟਰੋਡਿਊਸ ਕਰ ਦਿੱਤੀ ਗਈ ਸੀ। ਇਸ ਤੋਂ ਇਲਾਵਾ ਬਾਈ ਕੈਮਰਲ ਲੈਜਿਸਲੇਚਰ ਨੂੰ ਵੀ ਜੋ ਇੰਪਲੀਮੈਂਟ ਕੀਤਾ ਗਿਆ ਸੀ ਉਹ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਵਿੱਚ ਕੀਤਾ ਗਿਆ ਸੀ। ਬਾਈ ਕੈਮਰਲ ਲੈਜਿਸਲੇਚਰ ਦਾ ਮਤਲਬ ਕੀ ਹੈ? 2 ਹਾਊਸਿਸ, ਇੱਕ ਲੋਕ ਸਭਾ ਇੱਕ ਰਾਜ ਸਭਾ। ਤੇ ਜਿਹੜੇ ਲੋਕ ਸਭਾ ਦੇ ਵਿੱਚ ਜਿਹੜੇ ਮੈਂਬਰ ਚੁਣੇ ਜਾਣਗੇ ਉਹ ਡਾਇਰੈਕਟਲੀ ਚੁਣੇ ਜਾਣਗੇ ਤੇ ਜੋ ਰਾਜ ਸਭਾ ਦੇ ਮੈਂਬਰ ਨੇ ਉਹ ਇਨਡਾਇਰੈਕਟਲੀ ਚੁਣੇ ਜਾਣਗੇ। ਸੋ ਇਹ ਵੀ ਇੰਟਰੋਡਿਊਸ ਕੀਤਾ ਗਿਆ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਵਿੱਚ, ਇਸ ਨੂੰ ਇਫੈਕਟ ਲੈ ਕੇ ਆਏ। ਇਸ ਤੋਂ ਇਲਾਵਾ ਫੈਡਰਲ ਕੋਰਟ ਬਣਾਈ ਗਈ। ਠੀਕ ਹੈ, ਪਹਿਲੀ ਸੁਪਰੀਮ ਕੋਰਟ। ਸੋ ਸੁਪਰੀਮ ਕੋਰਟ ਆਪਾਂ ਇਹਨੂੰ ਕਹਿਣ ਲੱਗੇ ਸੀ 28 ਜਨ 1950 ਦੇ ਵਿੱਚ। ਪਹਿਲਾਂ ਇਹ ਕੀ ਸੀ? ਫੈਡਰਲ ਕੋਰਟ ਸੀ। ਫੈਡਰਲ ਕੋਰਟ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਅਧੀਨ ਬਣਾਈ ਗਈ ਸੀ। ਇਸ ਤੋਂ ਇਲਾਵਾ ਇੰਡੀਅਨ ਕਾਉਂਸਿਲ ਬਣਾਈ ਗਈ ਸੀ ਤੇ ਫਰੈਂਚਾਈਜ਼। ਸੋ ਇਹ ਸੀ ਸਾਡਾ ਗਵਰਨਮੈਂਟ ਆਫ ਇੰਡੀਆ ਐਕਟ 1935। ਇਸ ਤੋਂ ਇਲਾਵਾ ਰੀਆਰਗੇਨਾਈਜੇਸ਼ਨ ਕੀਤੀਆਂ ਗਈਆਂ ਸੀ। ਹੋਰ ਕਿਹੜੀਆਂ ਰੀਆਰਗੇਨਾਈਜੇਸ਼ਨ ਕੀਤੀਆਂ ਗਈਆਂ ਸੀ ਇਸ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਵਿੱਚ? ਸਿੰਧ ਵਾਸ ਕਾਰਵਡ ਆਊਟ ਆਫ ਬੰਬੇ ਪ੍ਰੈਸੀਡੈਂਸੀ। ਕਹਿੰਦੇ ਜਿਹੜੀ ਸਿੰਧ ਹੈ ਉਸਨੂੰ ਬੰਬੇ ਤੋਂ ਅਲੱਗ ਕਰ ਦਿੱਤਾ ਗਿਆ ਸੀ। ਬਿਹਾਰ ਐਂਡ ਉੜੀਸਾ ਵਾਸ ਸਪਲਿਟ। ਕਹਿੰਦੇ ਬਿਹਾਰ ਤੇ ਉੜੀਸਾ ਨੂੰ ਕੀ ਕਰ ਤੋੜ ਦਿੱਤਾ ਗਿਆ ਸੀ। ਬੁਰਮਾ ਵਾਸ ਸਰਵਡ ਆਫ ਫਰੋਮ ਇੰਡੀਆ। ਠੀਕ ਹੈ, ਬੁਰਮਾ ਨੂੰ ਅਲੱਗ ਕਰ ਦਿੱਤਾ ਗਿਆ ਸੀ। ਅਡੇਨ ਵਾਸ ਆਲਸੋ ਸੈਪਰੇਟਡ ਫਰੋਮ ਇੰਡੀਆ ਐਂਡ ਮੇਡ ਇਨਟੂ ਕਰਾਊਨ ਕਲੋਨੀ। ਕਹਿੰਦੇ ਅਡੇਨ ਨੂੰ ਵੀ ਇੰਡੀਆ ਤੋਂ ਕੀ ਕਰ ਦਿੱਤਾ ਗਿਆ ਸੀ? ਅਲੱਗ ਕਰ ਦਿੱਤਾ ਗਿਆ ਸੀ। ਸੋ ਇਸ ਤਰੀਕੇ ਦੀਆਂ ਰੀਆਰਗੇਨਾਈਜੇਸ਼ਨਸ ਵੀ ਕੀਤੀਆਂ ਗਈਆਂ ਸੀ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਵਿੱਚ। ਹੋਪਫੁਲੀ ਤੁਹਾਨੂੰ ਅੱਜ ਦਾ ਲੈਕਚਰ ਪਸੰਦ ਆਇਆ ਹੋਵੇਗਾ। ਇਹ ਆਪਾਂ ਗੱਲ ਕੀਤੀ 1934 ਤੱਕ ਦੀ। ਫਿਰ ਹੁਣ ਆਪਾਂ ਗੱਲ ਕਰਾਂਗੇ ਆਪਣੀ ਡਿਫਰੈਂਟ ਮੂਵਮੈਂਟਸ ਜੋ ਚੱਲਣਗੀਆਂ। 1942 ਦੇ ਵਿੱਚ ਆਏਗਾ ਕੁਝ, ਠੀਕ ਹੈ, ਕ੍ਰਿਪਸ ਮਿਸ਼ਨ ਆਏਗਾ। ਫਿਰ ਆਪਾਂ ਗੱਲ ਕਰਾਂਗੇ ਆਪਣੇ ਕੁਇਟ ਇੰਡੀਆ ਮੂਵਮੈਂਟ। ਸੋ ਹੋਪਫੁਲੀ ਤੁਹਾਨੂੰ ਲੈਕਚਰ ਪਸੰਦ ਆਇਆ ਹੋਵੇਗਾ। ਸੋ ਮਿਲਦੇ ਹਾਂ ਨੈਕਸਟ ਲੈਕਚਰ ਦੇ ਵਿੱਚ। ਥੈਂਕ ਯੂ ਸੋ ਮਚ।